ਬ੍ਰੇਕ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਪਾਰ ਜੋੜਦੇ ਆਪਾਂ ਰਾਜ ਕਰਮਜੀਤ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਟੈਕ ਦੇ ਨਾਲ ਜੁੜੀਆਂ ਨਿਊਜ਼ ਦੇ ਉੱਤੇ ਕਰਦੇ ਹਾਂ ਆਪਾਂ ਚਰਚਾ। ਰਾਜ ਕਰਮਜੀਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਜੀ। ਤੇ ਮੈਂ ਨਾ ਜਦੋਂ ਆਪਣਾ ਟੈਕ ਨਿਊਜ਼ ਟੈਕ ਟਾਕ ਸੁਣਦਾ ਹੁੰਦਾ ਜੀ ਜੀ ਟਿਕਟੌਕ ਵੀ ਕਈ ਲੋਕ ਕਹਿੰਦੇ ਪਰ ਅਸਲ ਦੇ ਵਿੱਚ ਟੈਕ ਟਾਕ ਹੈ। ਜੀ ਮਤਲਬ ਇੱਕ ਨਾ ਆਪਾਂ ਪਹਿਲਾਂ ਪੜ੍ਹਦੇ ਹੁੰਦੇ ਸੀ ਬਿਯੋਂਡ ਐਕਸਪੈਕਟੇਸ਼ਨਸ, ਤੁਹਾਡੀਆਂ ਉਮੀਦਾਂ ਤੁਹਾਡੀ ਸੋਚਣ ਸ਼ਕਤੀ ਤੋਂ ਵੀ ਪਰੇ। ਜਦੋਂ ਮੈਂ ਤੁਹਾਡੀ ਡਿਸਕਸ਼ਨ ਸੁਣਦਾ ਮੈਂ ਆਖ ਦਿੰਦਾ ਵੀ ਉਹ ਚੀਜ਼ ਹੁਣ ਥਿਊਰੀ ਨਾ ਹੌਲੀ ਹੌਲੀ ਸੱਚ ਸਾਬਤ ਹੋ ਰਹੀ ਹੈ ਕਿ ਬਿਯੋਂਡ ਐਕਸਪੈਕਟੇਸ਼ਨਸ ਵੀ ਤੁਸੀਂ ਸੋਚ ਵੀ ਨਹੀਂ ਸਕਦੇ। ਤੁਹਾਡੀ ਸੋਚ ਦਾ ਮਿਆਰ, ਤੁਹਾਡੀ ਕਲਪਨਾ ਕਰਨ ਦਾ ਜਿਹੜਾ ਇੱਕ ਕੋਈ ਸੀਮਾ ਨਹੀਂ ਹੈ, ਹਨਾ ਵੀ ਬਿਲਕੁਲ। ਇਹਦੇ ਵਿੱਚ ਦੋ ਰਾਵਾਂ ਨਹੀਂ। ਕਿਸੇ ਟਾਈਮ ਦੇ ਉੱਤੇ ਹਾਲੀਵੁੱਡ ਸਾਈ-ਫਾਈ ਮੂਵੀਜ਼ ਬਣਾਉਂਦਾ ਸੀ, ਰਾਈਟ, ਵੀ ਹੁਣ ਵੀ ਬਣਾਉਂਦੇ ਆ। ਵੀ ਉਦੋਂ ਸੋਚਦੇ ਯਾਰ ਇਹ ਕਿੱਦਾਂ ਹੋ ਸਕਦਾ, ਇਹ ਤਾਂ ਹੋ ਹੀ ਨਹੀਂ ਸਕਦਾ ਨਾ। ਕਿੱਦਾਂ ਮਤਲਬ ਸੋਚਣ ਲੱਗ ਜਾਂਦੇ ਆ। ਜਦੋਂ ਇੱਕ ਵਿਸ਼ਵਾਸ ਦੇ ਵਿੱਚ ਵੀ ਜਦੋਂ ਇਹ ਗੱਲ ਹੁੰਦੀ ਹੈ ਉਹ ਚ ਵੀ ਬੰਦਾ ਸੋਚਦਾ ਵੀ ਨਹੀਂ ਇਹ ਨਹੀਂ ਹੋ ਸਕਦਾ। ਕਈ ਜਿਹੜੇ ਬੜੇ ਤਰਕਸ਼ੀਲ ਬਣਦੇ ਆ ਨਾ, ਉਹ ਚ ਨਹੀਂ ਆ। ਤੇ ਇਹਦੇ ਵਿੱਚ ਵੀ ਕੋਈ ਸੀਮਾ ਨਹੀਂ। ਇਹਦੇ ਵਿੱਚ ਵੀ ਤੁਸੀਂ ਕਹੋ ਵੀ ਮੈਂ ਸੋਚ ਰਿਹਾ ਵੀ ਆਹ ਚੀਜ਼ ਨਹੀਂ ਹੋ ਸਕਦੀ ਜਾਂ ਹੋ ਸਕਦੀ, ਹੋ ਰਹੀ ਆ, ਆਪਣੇ ਸਾਹਮਣੇ ਆ। ਮਸ਼ੀਨਾਂ ਫੈਸਲੇ ਲੈਣਗੀਆਂ, ਮਸ਼ੀਨਾਂ ਸਾਰਾ ਕੁਝ ਕਰੂਗੀਆਂ। ਇਹ ਕੀ ਆ? ਮਸ਼ੀਨ ਲਰਨਿੰਗ ਤੇ AI ਦਾ ਇਹ ਜਿਹੜਾ ਉਹ ਸੁਮੇਲ ਆ। ਦਿਮਾਗ 'ਚ ਚਿੱਪ ਲੱਗਣਗੇ ਈਲਨ ਮਸਕ ਦੀ ਜਿਹੜੀ ਨਿਊਰੋਲਿੰਕ ਕੰਪਨੀ ਆ, ਉਹ ਕੀ ਆ? ਇਹੀ ਚੀਜ਼ ਆ। ਇਹ ਸਾਰੀਆਂ ਚੀਜ਼ਾਂ ਆ। ਹਾਂ, ਇਵੈਂਚੁਅਲੀ ਹੌਲੀ ਹੌਲੀ ਉਸ ਦੇ ਵਿੱਚ ਬਿਹਤਰੀ ਹੁੰਦੀ ਜਾਣੀ ਆ। ਤਕਨੀਕ ਨੇ ਜਿਹੜਾ ਉਹ ਹੋਰ ਵਿਕਸਿਤ ਹੁੰਦੇ ਜਾਣਾ ਤੇ ਹੋਰ ਉਹਨੇ ਪ੍ਰਭਾਵਸ਼ਾਲੀ ਹੁੰਦੇ ਜਾਣਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲਣੀਆਂ ਆ। ਸੋ ਇਹਦੀ ਵੀ ਕੋਈ ਸੀਮਾ ਨਹੀਂ ਆ ਤੇ ਉਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਪ੍ਰਵੀਨ ਜੀ ਆਪਾਂ ਦੇਖ ਰਹੇ ਹਾਂ। ਬਿਲਕੁਲ। ਤੇ ਆਪਾਂ ਬੜੇ ਕਹਿ ਸਕਦੇ ਹਾਂ ਵੀ ਇੱਕ ਅਜਿਹੇ ਖੁਸ਼ਕਿਸਮਤ ਵੀ ਆ ਤੇ ਇੱਕ ਅਜਿਹੇ ਦੌਰ ਚੋਂ ਲੰਘ ਰਹੇ ਆ ਜਦੋਂ ਬਹੁਤ ਸਾਰੀਆਂ ਤਬਦੀਲੀਆਂ ਆਪਣੇ ਸਾਹਮਣੇ ਹੋ ਰਹੀਆਂ। ਤੁਸੀਂ ਦਰਸ਼ਕ ਹੋ ਨਾ ਤਬਦੀਲੀ। ਤੁਸੀਂ ਹੱਡਬੀਤੀਆਂ ਹੋ ਰਹੀਆਂ। ਅਸੀਂ ਏਦਾਂ ਹੁੰਦੇ ਸੀਗੇ ਕਿਤੇ ਤੇ ਏਦਾਂ ਹੋ ਗਿਆ। ਜਿੱਦਾਂ ਪੁਰਾਣੇ ਵੀ ਏਦਾਂ ਹੀ ਦੱਸਦੇ ਆ ਨਾ ਵੀ ਉਦੋਂ ਜਿੱਦਾਂ ਸਾਈਕਲ ਆਏ, ਗੱਡੀਆਂ ਤੋਂ ਸਾਈਕਲ ਤੇ ਆਏ, ਸਾਈਕਲ ਤੋਂ ਮੋਟਰਸਾਈਕਲ ਆਏ, ਸਕੂਟਰ ਆਏ, ਕਾਰਾਂ ਆਈਆਂ, ਉਹ ਆਪਾਂ ਜਿਹੜੀਆਂ ਦੇਖੀਆਂ। ਪਰ ਕਿਉਂਕਿ ਹੁਣ ਤਕਨੀਕ ਇੰਨੀ ਕੁ ਜ਼ਿਆਦਾ ਪਹਿਲਾਂ ਵਿਕਸਿਤ ਹੋ ਚੁੱਕੀ ਆ, ਵਿੱਚ ਵਕਫਾ ਜਿਹੜਾ ਆ ਉਹ 2 ਦਹਾਕੇ 3 ਦਹਾਕੇ ਨਹੀਂ, ਕੁਛ ਕੁ ਵਰਿਆਂ ਦਾ ਜਿਹੜਾ ਉਹ ਰਹਿ ਜਾਣਾ। ਜਿੰਨੀ ਤੇਜ਼ੀ ਦੇ ਨਾਲ ਤਬਦੀਲੀ ਆ ਰਹੀ ਹੈ ਅਸਲ ਦੇ ਵਿੱਚ, ਜਿਵੇਂ ਜਿੰਨੀ ਤੇਜ਼ੀ 'ਚ ਦੁਨੀਆ ਪਿਛਲੇ 5-10 ਸਾਲਾਂ 'ਚ ਬਦਲੀ ਹੈ। ਗੈਜਟਸ ਹਰ ਇੱਕ ਦੇ ਹੱਥ 'ਚ ਨੇ, ਫੋਨ ਹਰ ਇੱਕ ਦੇ ਹੱਥ 'ਚ ਨੇ। ਸੋਚਿਆ ਸੀ ਕਿਸੇ ਨੇ ਉਹ ਜਿਹੜਾ ਡਾਇਲ ਕਰਨ ਵਾਲਾ ਫੋਨ ਸੀ ਕਿ ਯਾਰ ਇੰਨਾ ਐਕਸੈਸ ਹੋ ਜਾਊਗਾ ਲੋਕਾਂ ਕੋਲੇ। ਐਂਡਰਾਇਡ ਤੱਕ ਅੱਜ ਇੱਕ ਐਂਡਰਾਇਡ ਅਤੇ ਇੱਕ ਆਈਫੋਨ ਹੈ ਤੇ ਇੱਕ ਤੀਜਾ ਮੈਂ ਭੁੱਲ ਜਾਣਾ ਹੁਣ ਕਿਹੜਾ, ਉਹ ਸ਼ਾਇਦ ਮਾਈਕਰੋਸਾਫਟ ਦਾ। ਉਹ ਤਾਂ ਬੰਦ ਹੀ ਆ, ਉਹ ਤਾਂ ਹੁਣ ਬੰਦ ਵਰ ਗਈ ਹੈ, ਹਨਾ। ਮਤਲਬ ਰਾਜ ਕਰਮਜੀਤ ਸਿੰਘ ਜੀ, ਕਾਲਜ ਪੜ੍ਹਦੇ ਆ ਜਦੋਂ ਇਹਨਾਂ ਚੀਜ਼ਾਂ ਬਾਰੇ ਦੇਖਣਾ ਨਾ, ਮਤਲਬ ਸੁਣਨਾ ਨਾਲ ਦਿਆਂ ਤੋਂ ਐਂ ਲੱਗਣਾ ਯਾਰ ਇਹ ਤਾਂ ਬੰਦੇ ਹੀ ਬੜੇ ਐਡਵਾਂਸ ਆ। ਤੇ ਹੁਣ ਐਡਵਾਂਸ ਤੋਂ ਮੈਨੂੰ ਯਾਦ ਆਇਆ ਗੱਲ, ਮੈਂ ਇੱਕ ਹੋਰ ਵੀ ਛੋਹਣੀ ਚਾਹੁੰਦਾ ਸੀਗਾ। ਉਹ ਇਹ ਹੈ ਕਿ ਕਈ ਵਾਰੀ ਨਾ ਮੇਰੇ ਵਰਗੇ ਬੰਦੇ ਦੀਆਂ ਕੋਈ 4 ਬੰਦੇ ਸਿਫਤਾਂ ਕਰ ਦੇਣ, ਬੰਦੇ ਨੂੰ ਇਹ ਲੱਗਦਾ ਕਿ ਬਈ ਮੈਂ ਪਤਾ ਨੀ ਕਿੱਡੀ ਕੁ ਤੋਪ ਆ, ਹਨਾ। ਤੇ ਖੈਰ ਕਈ ਬੰਦਿਆਂ ਨੂੰ ਹੋ ਵੀ ਜਾਂਦਾ ਨਾ। ਆਪਾਂ ਆਲੇ ਦੁਆਲੇ ਜਦੋਂ ਵਿਚਰਦੇ ਦੇਖਦੇ ਹਾਂ, ਕਈ ਬੰਦਿਆਂ ਨੂੰ ਲੱਗਦਾ ਕਿ ਜਿੱਥੇ ਮੈਂ ਨਹੀਂ ਜਾਂ ਜਿਹੜੇ ਮੀਡੀਆ ਅਦਾਰੇ 'ਚ ਮੈਂ ਨਹੀਂ ਗਾ, ਉੱਥੇ ਪਤਾ ਨੀ ਕੀ ਹੋਣਾ। ਪਰ ਅੱਜ ਨਾ ਇੱਕ ਥੋੜੇ ਦਿਨ ਪਹਿਲਾਂ ਹੀ ਨਿਊਯਾਰਕ ਟਾਈਮਸ ਦਾ ਇੱਕ ਲੇਖ ਪੜ੍ਹਨ ਵਾਲਾ ਤੁਹਾਡੇ ਭੁਲੇਖੇ ਦੂਰ ਕਰ ਦੂਗਾ। ਟੈਕਨੋਲੋਜੀ ਨਾਲ ਜੁੜਿਆ, ਕਿਉਂਕਿ ਅੱਜ ਟੈਕਟਾਕ ਆ, ਇਸ ਕਰਕੇ ਮੈਂ ਗੱਲ ਛੇੜੀ। ਹਾਊ ਦ ਮੀਡੀਆ ਇੰਡਸਟਰੀ ਕੀਪ ਲੂਜ਼ਿੰਗ ਦਾ ਫਿਊਚਰ। ਤੇ ਇਹਨਾਂ ਨੇ ਦੱਸਿਆ ਕਿ ਕਿਵੇਂ ਚੀਜ਼ਾਂ ਭਾਰੀ ਪੈ ਰਹੀਆਂ ਨੇ। ਅਖਬਾਰ ਤੇ ਕੀ ਭਾਰੂ ਪਿਆ, ਅਖਬਾਰ ਕਿਵੇਂ ਹੌਲੀ ਹੌਲੀ ਆਊਟ ਆ ਗਈ ਸਥਿਤੀ ਦੇ ਵਿੱਚ ਹੋ ਗਿਆ, ਖਤਮ ਵਾਲੇ ਵਾਸਤੇ। ਵੈਬ ਵੀ ਮਤਲਬ ਉਸ ਪਾਸੇ ਨੂੰ ਜਾ ਰਿਹਾ ਹੈ। ਉਹਦੇ ਵਿੱਚ ਪ੍ਰਵੀਨ ਜੀ ਜੇ ਆਪਾਂ ਥੋੜੀ ਜਿਹੀ ਇਸ ਦੇ ਵਿੱਚ ਘੋਖ ਕਰੀਏ ਨਾ, ਦੇਖੀਏ ਤਾਂ ਇਹ ਜਿਹੜੀਆਂ ਕੰਪਨੀਆਂ ਬਹੁਤ ਵੱਡੀਆਂ ਬਣ ਗਈਆਂ ਨਾ, ਉਹਨਾਂ ਦਾ ਇਹ ਕੀਤਾ ਕਰਾਇਆ ਆ। ਚਾਹੇ ਉਹ ਐਪਲ ਆ, ਚਾਹੇ ਉਹ ਗੂਗਲ ਆ, ਚਾਹੇ ਉਹ ਮਾਈਕਰੋਸਾਫਟ ਆ, ਟਿਕਟੌਕ ਆ, ਸੋਸ਼ਲ ਮੀਡੀਆ 'ਚ ਕੋਈ ਵੀ ਆ, ਇੰਸਟਾਗ੍ਰਾਮ, ਫੇਸਬੁੱਕ, ਮੈਟਾ, ਇਹ ਉਹ ਫਲਾਨਾ ਢਮਕਣਾ ਜਿੰਨੇ ਵੀ ਆ। ਹੁਣ ਅੱਜ ਕੀ ਹੋਇਆ, ਯੂਰਪੀਅਨ ਸੰਘ ਨੇ ਐਪਲ ਨੂੰ ਤਕਰੀਬਨ $2 ਬਿਲੀਅਨ ਦਾ ਜੁਰਮਾਨਾ ਪਾਇਆ, ਕਿਉਂਕਿ ਕੰਪੀਟੀਸ਼ਨ ਲਾਜ਼ ਦੀ ਕਹਿੰਦੇ ਤੁਸੀਂ ਉੱਥੇ ਉਲੰਘਣਾ ਕੀਤੀ। ਕੰਪੀਟੀਸ਼ਨ ਲਾ ਕੀ ਆ ਵੀ ਇੱਕ ਕੰਪਨੀ ਇੰਨੀ ਕੁ ਵੱਡੀ ਜਿਹੜੀ ਹੋ ਜਾਵੇ, ਦੂਜਾ ਉਹਦੇ ਮੂਹਰੇ ਕੋਈ ਕੰਪੀਟ ਹੀ ਨਹੀਂ ਕਰ ਸਕਦਾ, ਮਤਲਬ ਖੜ ਹੀ ਨਹੀਂ ਸਕਦਾ। ਉਹ ਕਹਿੰਦੇ ਵੀ ਯੂਰਪੀਅਨ ਸੰਘ ਇਸ ਮਾਮਲੇ ਦੇ ਵਿੱਚ ਆਪਾਂ ਇਹ ਦੇਖਿਆ ਵੀ ਯੂਰਪੀਅਨ ਸੰਘ ਜਾਂ ਯੂਰਪੀਅਨ ਦੇ ਜਿਹੜੇ
ਕਾਨੂੰਨ ਆ ਯੂਰਪ ਦੇ ਹੂੰ ਉਹ ਥੋੜੇ ਸਖਤ ਆ, ਚਾਹੇ ਉਹ ਟੈਕਸ ਵਾਲੇ ਨੂੰ ਲੈ ਕੇ ਆ, ਹਾਂ ਵੀ ਇਹਨਾਂ ਕੁੰਡਾ ਨੂੰ ਲੈ ਹੈਗਾ ਕੇ ਉੱਥੇ ਕੋਈ ਕੁੰਡਾ ਥੋੜਾ ਬਹੁਤਾ ਤਾਂ ਜਿਹੜਾ ਉਹ ਬਚਿਆ। ਚੱਲ ਰਿਹਾ। ਐਪਲ ਨੇ ਜਿਹੜਾ ਹੁਣ ਆਈਫੋਨਸ ਦੇ ਵਿੱਚ USB-C ਦਿੱਤਾ ਆ, ਹਾਂਜੀ ਉਹ ਕਿਹਦੇ ਕਰਕੇ ਦਿੱਤਾ? ਇਹਨਾਂ ਕਰਕੇ ਇਹਨਾਂ ਦੇਣਾ ਦੇ ਪਿਆ, ਦਬਾਅ ਕਰਕੇ ਦੇਣਾ ਇਹਨਾਂ ਦੇ ਦਬਾਅ ਕਰਕੇ। ਕਹਿੰਦੇ ਵੀ ਇਹ ਕੰਮ ਨਹੀਂ ਚੱਲਣਾ, ਹਾਂ ਵੀ ਉਹ ਬਾਕੀ ਸਾਰੀ ਦੁਨੀਆ USB-C ਸੀ। ਵਰਤਦੀ ਤੇ ਤੁਸੀਂ ਆਪਣਾ ਲਾਈਟਨਿੰਗ ਕੇਬਲ ਲਈ ਫਿਰੋ, ਹਾਂਜੀ ਵੀ ਇਦਾਂ ਨਹੀਂ ਚੱਲਣਾ। ਉਹ ਇਸ ਲਈ ਇਹਨਾਂ ਨੇ ਸਾਰੇ ਪਾਸੇ ਹੀ ਫਿਰ USB-C ਕਰ ਦਿੱਤਾ ਹੈਗਾ ਆ। ਸੋ ਹੁਣ ਇਹਨਾਂ ਨੂੰ ਜਿਹੜਾ $2 ਬਿਲੀਅਨ ਦਾ ਜੁਰਮਾਨਾ ਪਾਇਆ, ਇਹ ਐਂਟੀ ਟਰਸਟ ਪੈਨਲਟੀ ਆ, ਠੀਕ ਹੈ ਵੀ ਵਿਸ਼ਵਾਸ ਦੇ ਉਲਟ ਜਾ ਕੇ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਆ। ਤੇ ਕਹਿੰਦੇ ਵੀ ਜਿਹੜੀ ਇਹ ਇਹਨਾਂ ਨੇ ਜਿਹੜਾ ਜੁਰਮਾਨਾ ਹੋਇਆ ਆ ਮਿਊਜ਼ਿਕ ਦੇ ਮਾਮਲੇ 'ਚ ਹੋਇਆ। ਸਪੋਟੀਫਾਈ ਇਸ ਟਾਈਮ ਇੱਕ ਵੱਡੀ ਕੰਪਨੀ ਆ ਜਿੱਥੇ ਲੋਕ ਬਹੁਤ ਜ਼ਿਆਦਾ ਮਿਊਜ਼ਿਕ, ਪੋਡਕਾਸਟ, ਇਹ ਉਹ ਸਭ ਕੁਝ ਸੁਣਦੇ ਦੇਖਦੇ ਆ। ਤੇ ਕਹਿੰਦੇ ਵੀ ਤੁਸੀਂ ਜਿਹੜੀ ਆਪਣੀ ਰਾਈਵਲ ਮਿਊਜ਼ਿਕ ਸਟ੍ਰੀਮਿੰਗ ਸਰਵਿਸਿਜ਼ ਆ ਸਪੋਟੀਫਾਈ ਵਰਗਿਆਂ ਨੂੰ, ਉਹਨਾਂ ਦੇ ਬਾਰੇ ਜਿਹੜਾ ਤੁਸੀਂ ਆਪਣੇ ਯੂਜ਼ਰਸ ਨੂੰ ਗਲਤ ਦੱਸ ਰਹੇ ਆ, ਜੀ ਵੀ ਅੱਛਾ ਉਹਨਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਰੋਕ ਰਹੇ ਆ ਵੀ ਤੁਹਾਡੇ ਨੂੰ ਹੀ ਜਿਹੜਾ ਉਹ ਸਿਰਫ ਪ੍ਰਮੋਟ ਹੋਵੇ। ਉਹ ਕਹਿੰਦੇ ਵੀ ਇਹ ਗੈਰ ਕਾਨੂੰਨੀ ਆ ਤੇ ਮਿਲੀਅਨਸ ਆਫ ਯੂਰਪੀਅਨ ਕੰਜ਼ਿਊਮਰਸ ਦੇ ਉੱਤੇ ਇਸ ਦਾ ਮਾੜਾ ਪ੍ਰਭਾਵ ਪਿਆ ਆ। ਕੋਈ ਚੋਇਸ ਉਹਨਾਂ ਨੂੰ ਤੁਸੀਂ ਛੱਡੀ ਨਹੀਂ, ਜਿਸ ਕਰਕੇ ਤੁਹਾਨੂੰ ਜਿਹੜਾ ਉਹ ਜੁਰਮਾਨਾ ਪਾਇਆ ਜਾ ਰਿਹਾ ਆ। ਤੇ ਜਿਹੜੀ ਗੱਲ ਪਹਿਲੋਂ ਸੀ ਇਹ ਤਾਂ ਚਲੋ ਇੱਕ ਮਿਊਜ਼ਿਕ ਸਟ੍ਰੀਮਿੰਗ ਦੇ ਮਾਮਲੇ ਦੇ ਵਿੱਚ ਆਪਾਂ ਦੇਖ ਰਹੇ ਆ। ਹੁਣ ਦਬਦਬਾ ਦੇਖੋ ਇਹਨਾਂ ਦਾ ਕਿੰਨਾ ਹੁੰਦਾ ਆ ਪ੍ਰਵੀਨ ਜੀ, ਵੀ ਜੋ ਇਹ ਕਰਦੇ ਆ ਲੋਕ ਉਵੇਂ ਮੰਨਦੇ ਆ, ਉਦਾਂ ਹੀ ਜਿਹੜਾ ਉਹ ਚੱਲਣਾ ਚਾਹੁੰਦੇ ਆ। ਉਹਦੇ ਹਿਸਾਬ ਦੇ ਨਾਲ ਇਹ ਲੋਕਾਂ ਨੂੰ ਜਿੱਧਰ ਨੂੰ ਮਰਜ਼ੀ ਜਿਹੜਾ ਉਹ ਤੋਰ ਸਕਦੇ ਆ। ਸਪੋਟੀਫਾਈ ਦਾ ਐਗਜ਼ਾਮਪਲ ਆ ਵੀ ਉਹ ਤੋਂ ਉਲਟ ਆਪਣੇ ਵੱਲ ਨੂੰ ਜਿਹੜਾ ਉਹਨਾਂ ਨੇ ਤੋਰਿਆ, ਮਿਲੀਅਨਸ ਆਫ ਲੋਕਾਂ ਤੇ ਉੱਤੇ ਅਸਰ ਪਿਆ। ਹੁਣ ਇਸੇ ਤਰੀਕੇ ਦੇ ਨਾਲ ਹੋਰ ਕਿਹੜੀਆਂ ਚੀਜ਼ਾਂ ਇਹ ਕਰ ਸਕਦੇ ਆ। ਹੁਣ ਆਪਾਂ ਰੀਸੈਂਟਲੀ ਜਦੋਂ ਸ਼ੁੱਕਰਵਾਰ ਨੂੰ ਗੱਲ ਕਰ ਰਹੇ ਸੀ ਪਿਛਲੀ ਵਾਰੀ, ਵੀ ਫੇਸਬੁੱਕ ਦੀ ਜਿਹੜੀ ਟਰਾਂਸਲੇਸ਼ਨ ਦੇ ਉੱਤੇ ਸਵਾਲ ਸੀਗੇ। ਹਾਂਜੀ ਆਪਾਂ ਸਾਂਝੀ ਸੱਤ ਦੇ ਵਿੱਚ ਆਪਾਂ ਗੱਲ ਕੀਤੀ ਸੀ। ਉਹ ਟੈਕਨੋਲੋਜੀ ਦੇ ਨਾਲ ਹੀ ਜੁੜੀ ਹੋਈ ਗੱਲ ਆ ਵੀ ਕਿਸ ਤਰੀਕੇ ਦੇ ਨਾਲ ਪੰਜਾਬੀ ਨੂੰ ਉਹ ਸਾਈਡ ਤੇ ਨੁਕਰੇ ਜਿਹੜਾ ਉਹ ਲਾਈ ਬੈਠੇ ਆ, ਕਿਹਦੇ ਕਹਿਣ ਤੇ ਕਰ ਰਹੇ, ਕਿੱਦਾਂ ਜਿਹੜਾ ਉਹ ਹੋ ਰਿਹਾ। ਇਹਦੇ ਵਿੱਚ ਕੋਈ ਐਪਲ ਕੱਲਾ ਨਹੀਂ, ਇਹ 'ਚ ਗੂਗਲ ਵੀ ਨਾਲ ਹੀ ਆ, ਇਹਦੇ ਵਿੱਚ ਮੈਟਾ ਵਾਲੇ ਵੀ ਨਾਲ ਆ, ਟਿਕਟੌਕ ਵਾਲੇ ਵੀ ਨਾਲ ਹੀ ਆ। ਸਾਰੇ ਜਿਹੜੇ ਇਸ ਚੀਜ਼ ਦੇ ਵਿੱਚ ਜਿਹੜੇ ਉਹ ਗਿਣੀ ਮੱਥੀ ਸਾਜ਼ਿਸ਼ ਦੇ ਨਾਲ ਕਹਿ ਲਓ ਵੀ ਉਹ ਲੱਗੇ ਹੋਏ ਆ, ਵੀ ਸਿਰਫ ਇੱਕ ਨੂੰ ਜਿਹੜਾ ਉਹ ਪ੍ਰਮੋਟ ਕਰਨਾ, ਇੱਕ ਨੂੰ ਜਿਹੜਾ ਉਹ ਮੋਹਰੇ ਲਿਆਉਣਾ, ਜਾਂ ਕਿਸੇ ਅਮੀਰ ਦੇ ਜਿਹੜਾ ਕਹੇ ਜਾਂ ਜਿਹਦੇ ਕੋਲ ਜ਼ਿਆਦਾ ਪਾਵਰ ਆ ਉਹਨਾਂ ਦੇ ਕਹੇ ਇੱਕ ਜਾਣੇ ਨੂੰ ਜਿਹੜਾ ਉਹਨਾਂ ਨੇ ਨੁੱਕਰੇ ਲਾਉਣਾ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਜਿਹੜੀਆਂ ਉਹ ਚੱਲ ਰਹੀਆਂ ਆ ਤੇ ਆਪਾਂ ਨੂੰ ਬਹੁਤ ਸੁਹਿਰਦਤਾ ਦੇ ਨਾਲ ਜਿਹੜਾ ਉਹ ਚੱਲਣਾ। ਆਪਾਂ ਕਈ ਵਾਰੀ ਬਹੁਤ ਜ਼ਿਆਦਾ ਰਿਲਾਈ ਕਰਦੇ ਆ ਇਹਨਾਂ ਕੰਪਨੀਆਂ ਦੇ ਉੱਤੇ, ਹਾਂਜੀ ਬਿਲਕੁਲ, ਇਹਨਾਂ ਸਾਰਿਆਂ ਦੇ ਉੱਤੇ ਬਹੁਤ ਜ਼ਿਆਦਾ ਰਿਲਾਈ ਕਰਦੇ ਆ, ਪਰ ਅੰਦਰ ਖਾਤੇ ਉਹ ਕੀ ਨੇ, ਕਿਵੇਂ ਨੇ, ਇਹਦੇ ਵਿੱਚ ਕੋਈ ਸ਼ੱਕ ਸੁਦਾ ਕਿਸੇ ਨੂੰ ਰਹਿਣਾ ਨਹੀਂ ਚਾਹੀਦਾ ਵੀ ਇਹ ਕਿਤੇ ਵੀ ਆਮ ਲੋਕਾਂ ਨਾਲ ਖੜਨਗੇ ਜਾਂ ਜਿੱਧਰ ਡਾਲਰ ਦਿਸਦੇ ਆ ਉਧਰ ਖੜਨਗੇ। ਇਹ ਕਲੀਅਰ ਹੀ ਆ ਵੀ ਇਹਨਾਂ ਨੇ ਉੱਥੇ ਹੀ ਖੜਨਾ ਆ ਜਿੱਥੇ ਇਹਨਾਂ ਨੂੰ ਫਾਇਦਾ ਦਿਸਦਾ। ਫਾਇਦਾ ਬਿਲਕੁਲ। ਤੁਹਾਡੀ ਟਰਾਂਸਲੇਸ਼ਨ ਕਿਹੋ ਜਿਹੇ ਵਰਡ ਜਨਰੇਟ ਕਰ ਰਹੀ ਹੈ, ਜਦੋਂ ਇਹ ਪਾਏ ਜਾ ਰਹੇ ਸੀ ਤੁਸੀਂ ਉਦੋਂ ਕ੍ਰਾਸ ਚੈੱਕ ਕੀਤਾ ਕਿ ਤੁਸੀਂ ਬਸ ਜਿੱਥੇ ਦਰਬਾਰ ਆ, ਜਿੱਥੇ ਸੱਤਾ, ਉੱਥੇ ਤੁਸੀਂ ਬਸ ਝੁੱਕ ਕੇ ਇੱਕ ਪ੍ਰੋਫਿਟ ਲਾਈਨ ਵਾਲੀ ਜਿਹੜੀ ਟੋ ਕਰਨੀ ਹੈ ਕਿ ਠੀਕ ਹੈ ਜੀ ਟ੍ਰੈਫਿਕ ਆਉਣਾ ਚਾਹੀਦਾ, ਪ੍ਰੋਫਿਟ ਮਿਲਣਾ ਚਾਹੀਦਾ, ਬਸ ਮਤਲਬ ਕਾਰੋਬਾਰ ਦੀ ਤਰ੍ਹਾਂ ਪ੍ਰੋਫਿਟ ਵੇਖ ਕੇ ਚਲਾਉਣਾ, ਉਹ ਚੀਜ਼ ਦੇ ਵਿੱਚੋਂ ਲੰਘਣਾ। ਪਰ ਗਲਤ ਆ ਜੇ ਤੁਸੀਂ ਆਪਦੇ ਮੰਚਾਂ ਨੂੰ ਇਹ ਕਹਿ ਕੇ ਲੋਕਾਂ ਨੂੰ ਪ੍ਰੋਵਾਈਡ ਕਰਾ ਰਹੇ ਹੋ, ਲੋਕਾਂ ਦੇ ਵਿੱਚ ਫੈਲਾ ਰਹੇ ਹੋ ਕਿ ਜੀ ਫਰੀਡਮ ਆਫ ਐਕਸਪ੍ਰੈਸ਼ਨ ਆ ਜਾਂ ਕਿਵੇਂ ਆ, ਫਿਰ ਇਹਦਾ ਚੀਜ਼ਾਂ ਕੰਟਰਾਡਿਕਟ ਹੋ ਜਾਂਦੀਆਂ ਨਾ। ਇੱਕ ਪਾਸੇ ਹੋਕਾ ਦੇਣਾ ਫਰੀਡਮ ਆਫ ਐਕਸਪ੍ਰੈਸ਼ਨ ਦਾ, ਦੂਜੇ ਪਾਸੇ ਉਹ ਸੱਤਾ ਦੀ ਚਾਪਲੂਸੀ ਕਰਨੀ ਜਾਂ ਉਹ ਸੱਤਾ ਦੇ ਦਬਾਅ ਹੇਠ ਕੰਮ ਕਰਨਾ ਕਿ ਉਹਨਾਂ ਦੇ ਜਿਹੜੇ ਸ਼ਬਦ ਵੀ ਨੇ ਉਹਨਾਂ ਦਾ ਵੀ ਰੂਪਾਂਤਰਨ ਜੇ ਬਦਲਣਾ ਤੇ ਉਹ ਤੁਹਾਨੂੰ ਕਿਤੇ ਹੋਰ ਰੂਪ ਦੇ ਵਿੱਚ ਪੇਸ਼ ਕਰਨਾ। ਸੋ ਇਹ ਇੱਕ ਧੱਕਾ, ਫਿਰ ਤਾਂ ਜਿਸ ਕੀ ਲਾਠੀ ਉਸ ਕੀ ਭੈਂਸ ਵਾਲਾ ਕੰਮ ਹੋ ਗਿਆ ਨਾ। ਬਿਲਕੁਲ ਨਹੀਂ, ਇਹ ਚੱਲ ਰਿਹਾ ਆ, ਇਹ ਚੱਲੀ ਜਾਂਦਾ ਆ ਤੇ ਇਹ ਚੱਲਦਾ ਹੀ ਰਹਿਣਾ ਆ। ਆਪਾਂ ਨੂੰ ਹੀ ਅਲਰਟ ਇਸ ਚੀਜ਼ ਦੇ ਵਿੱਚ ਰਹਿਣਾ ਪੈਣਾ। ਜਿੱਥੇ ਗਲਤੀ ਦਿਸਦੀ ਆ ਉਸ ਨੂੰ ਫੜ ਕੇ ਉਸ ਦੇ ਬਾਰੇ ਜਿਹੜਾ ਉਹ ਦੱਸਣਾ ਚਾਹੀਦਾ। ਪਰ ਇੱਕ ਚੀਜ਼ ਜਿਹੜੀ ਇਹ ਹੈਗੀ ਪ੍ਰਵੀਨ ਜੀ, ਆਪਾਂ ਚਾਹੇ ਜਿੱਦਾਂ ਮਰਜ਼ੀ ਕਰੀ ਜਾਈਏ, ਇਹਨਾਂ ਦੇ ਹੱਥ 'ਚ ਕੰਟਰੋਲ ਬਹੁਤ ਹੁੰਦਾ ਆ ਜੀ। ਤੇ ਬਾਕੀ ਜਿਹੜਾ ਹੁਣ AI ਜਿਹੜੀ ਆ ਰਹੀ ਆ, ਉਹਨੇ ਬਹੁਤ ਤੇਜ਼ੀ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਪਿੱਛੇ ਛੱਡੀ ਜਾਣਾ ਆ। ਉਹ ਗਾਂ ਦੇ ਗਾਂ ਬਹੁਤ ਤੇਜ਼ੀ ਦੇ ਨਾਲ ਵੱਧ ਰਹੀਆਂ ਆ। ਅੱਜ ਇੱਕ ਸਪੈਸ਼ਲ ਜਿਹੜਾ ਉਹ ਦੇਖੀ ਗਈ ਆ, ਗਾਈਡ ਡੌਗਸ ਆਪਾਂ ਦੇਖਦੇ ਹਾਂ ਨਾ, ਹਾਂਜੀ, ਅਕਸਰ ਸਰਵਿਸ ਡੌਗਸ ਜਾਂ ਗਾਈਡ ਡੌਗਸ ਜਿਹੜੇ ਹੁੰਦੇ ਆ, ਉਹ ਆਪਾਂ ਦੇਖਦੇ ਹਾਂ ਜਦੋਂ ਕਿਤੇ ਬਾਹਰ ਜਾਂਦੇ ਆ, ਲੋਕਾਂ ਦੇ ਨਾਲ ਹੁੰਦੇ, ਕੋਈ ਡਿਸੇਬਲਡ ਹੁੰਦਾ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ, ਉਹਨਾਂ ਦੀ ਮਦਦ ਦੇ ਲਈ ਹੁੰਦੇ ਆ। ਅੱਜ ਹੁਣ ਇੱਕ ਨਵਾਂ ਵਾਕਿੰਗ ਟਾਕਿੰਗ ਰੋਬੋਟ ਗਾਈਡ ਡੌਗ ਜਿਹੜਾ ਆ, ਉਹ ਜਿਹੜਾ ਲਾਂਚ ਹੋਇਆ ਆ ਜੀ। ਸੋ
ਟੈਕਨੋਲੋਜੀ ਕਿੱਥੇ ਤੱਕ ਚਲੀ ਜਿਹੜੀ ਗਈ ਆ। ਉਹ ਆਪਣੇ ਪੈਰ ਪਸਾਰ ਰਹੀ ਆ ਵੀ ਹੁਣ ਲੋੜ ਹੀ ਨਹੀਂ ਇੱਕ ਹਿਸਾਬ ਦੇ ਨਾਲ ਵੀ ਤੁਹਾਨੂੰ ਜਿਹੜੇ ਰੀਅਲ ਡੌਗਸ ਵੀ ਆ ਉਹਨਾਂ ਦੀ ਜ਼ਰੂਰਤ ਨਾ ਪਵੇ ਤੇ ਸਿਰਫ ਅਜਿਹੀ ਟੈਕਨੋਲੋਜੀ ਨੂੰ ਯੂਜ਼ ਕਰਦੇ ਹੋਏ ਇਹ ਰੌਬੀ ਕਰਕੇ ਉਸ ਦਾ ਨਾਮ ਰੱਖਿਆ ਉਹਨਾਂ ਨੇ। ਅੱਛਾ। ਤੇ ਇਹ ਜਿਹੜਾ ਰੌਬੀ ਕਹਿੰਦੇ ਵੀ ਆਲ ਪਰਪਸ ਇੱਕ ਸਰਵਿਸ ਡੌਗ ਆ, ਵੱਖ-ਵੱਖ ਤਰ੍ਹਾਂ ਦੀਆਂ ਪ੍ਰੋਬਲਮਸ ਤੋਂ ਪਰੇਸ਼ਾਨ ਲੋਕਾਂ ਦੀ ਇਹ ਜਿਹੜਾ ਬੋਲਣ ਵਾਲਾ ਤੇ ਨਾਲ ਉਹਨਾਂ ਦੇ ਤੁਰਨ ਵਾਲਾ ਇਹ ਜਿਹੜਾ ਡੌਗ ਹੋਊਗਾ ਤੇ ਹੈਗਾ ਇਹ ਰੋਬੋਟ ਆ। ਅੱਛਾ। ਤੇ ਇਹ ਤੁਸੀਂ ਦੇਖੋ ਬਿਹੇਵ ਜਿਹੜਾ ਉਸ ਹਿਸਾਬ ਦੇ ਨਾਲ ਕਰੂਗਾ। ਯੂਨੀਵਰਸਿਟੀ ਆਫ ਗਲਾਸਗੋ ਉਹਨਾਂ ਦੇ ਦੁਆਰਾ ਇਸ ਨੂੰ ਡਿਵੈਲਪ ਕੀਤਾ ਗਿਆ ਆ। ਇਸ ਦੇ ਵਿੱਚ ਬਹੁਤ ਸਾਰੇ ਸੈਂਸਰਸ ਦੇ ਨਾਲ AI ਟੈਕਨੋਲੋਜੀ ਆ ਉਹ ਐਡ ਕੀਤੀ ਗਈ ਆ। ਵਾਕਿੰਗ ਰੋਬੋਟ ਬਾਡੀ ਜਿਹੜੀ ਆ ਉਸ ਦੀ ਬਣਾਈ ਗਈ ਆ, ਜਿਸ ਦੇ ਵਿੱਚ ਕਹਿੰਦੇ ਵੀ ਇਹ ਨੈਵੀਗੇਟ ਕਰਨ ਦੇ ਵਿੱਚ, ਗੱਲਬਾਤ ਕਰਨ ਦੇ ਲਈ, ਇਨਵਾਇਰਨਮੈਂਟ ਕਿੱਦਾਂ ਦੇ ਆ ਆਲੇ ਦੁਆਲੇ ਉਸ ਨੂੰ ਡਿਸਕ੍ਰਾਈਬ ਕਰਨ ਦੇ ਲਈ ਜਿਹੜਾ ਉਹ ਹੋਊਗਾ। ਕਹਿੰਦੇ ਵੀ ਇਹਦੇ ਮੋਟੀਵੇਸ਼ਨ ਦੇ ਪਿੱਛੇ ਇਹੀ ਆ ਵੀ ਜਿਹੜੇ ਰੈਗੂਲਰ ਡੌਗਸ ਆ ਉਹਨਾਂ ਦੇ ਵੀ ਹੁਣ ਕਰੀਅਰ ਖਤਰੇ 'ਚ ਪੈ ਗਿਆ। ਵੀ ਕਹਿੰਦੇ ਵੀ ਉਹਦੇ ਚੀਪਰ ਅਲਟਰਨੇਟਿਵ ਵੀ ਸਸਤੇ ਦੇ ਵਿੱਚ ਲੋਕਾਂ ਨੂੰ ਇਹ ਚੀਜ਼ ਜਿਹੜੀ ਆ ਉਹ ਮਿਲ ਸਕਦੀ ਆ। ਸੋ ਉਹ ਸਾਰਾ ਕੁਛ ਇਸ ਟਾਈਮ ਕਰ ਰਿਹਾ ਆ। ਕਹਿੰਦੇ ਵੀ ਜਦੋਂ ਦੂਜੇ ਡੌਗ ਉਹਨਾਂ ਨੂੰ ਸਿਖਾਉਣ 'ਚ ਟਾਈਮ ਬਹੁਤ ਲੱਗਦਾ, ਮਨੀ ਬਹੁਤ ਲੱਗਦੀ ਆ। ਕਹਿੰਦੇ ਵੀ ਇਹ ਸੌਫਟਵੇਅਰ ਦੇ ਨਾਲ ਲੈਸ ਹੋਣਗੇ, AI ਨਾਲ ਲੈਸ ਹੋਣਗੇ, ਇਹ ਤੁਹਾਡੇ ਨਾਲ ਅਸੀਂ ਛੱਡ ਦੇਣਾ ਆ। ਤੁਸੀਂ ਭਾਵੇਂ ਇਹਨੂੰ ਰੱਸੀ ਪਾ ਕੇ ਰੱਖੋ ਤੇ ਭਾਵੇਂ ਨਾਲ ਉਹਨੂੰ ਓਦਾਂ ਜਿਹੜਾ ਉਹ ਤੁਰਾਓ। ਸੋ ਇਹ ਦੇਖੋ ਵੀ ਕਿੱਥੇ ਤੱਕ ਜਿੱਥੇ ਆਪਾਂ ਸੋਚ ਵੀ ਨਹੀਂ ਸਕਦੇ ਉੱਥੇ ਤੱਕ AI ਨੇ ਆਪਣੇ ਪੈਰ ਜਿਹੜੇ ਆ ਉਹ ਪਸਾਰ ਲਏ। ਤੁਸੀਂ ਦੇਖੋ ਨਾ ਵੀ ਕਮਰੇ ਦੇ ਵਿੱਚ 5-7 ਬੰਦੇ ਬੈਠੇ ਆ, ਬੰਦੇ ਨੂੰ ਪਹਿਲਾਂ ਇਕੱਲਾ ਕਰ ਦਿੱਤਾ ਮੋਬਾਈਲ ਨੇ। ਉਹਨਾਂ ਸਾਰਿਆਂ ਕੋਲੇ ਆਪੋ ਆਪਣੇ ਮੋਬਾਈਲ ਆਪ ਤੋਂ ਧਿਆਨ ਸੋਸ਼ਲ ਮੀਡੀਆ ਨੇ ਐਂਟੀ ਸੋਸ਼ਲ ਕਰਤਾ। ਬਿਲਕੁਲ ਸਹੀ ਵਰਡ ਹੈ ਇਹ। ਪਰ ਹੁਣ ਦੇਖੋ ਇਸ ਤੋਂ ਅੱਗੇ ਲੋਕਾਂ ਨੇ ਪਾਲਤੂ ਜਾਨਵਰ ਰੱਖੇ ਹੋਏ ਆ ਸਟ੍ਰੈਸ ਦੂਰ ਕਰਨ ਵਾਸਤੇ। ਮਤਲਬ AI ਨੇ ਪਾਲਤੂ ਜਾਨਵਰ ਵੀ ਖੋਲੇ ਆ। ਇਹ ਨਾ ਮੂਵੀਜ਼ ਦੇ ਵਿੱਚ ਸੀਗਾ ਸ਼ਾਇਦ ਆਈ ਰੋਬੋਟ ਕਰਕੇ ਜਾਂ ਹੋਰ ਪਤਾ ਨਹੀਂ ਕਿੰਨੀਆਂ ਏਦਾਂ ਦੀਆਂ ਬਹੁਤ ਸਾਰੀਆਂ ਸਾਈ-ਫਾਈ ਮੂਵੀ ਸੀਗੀਆਂ। ਉਹਦੇ ਵਿੱਚ ਵੀ ਏਦਾਂ ਹੀ ਆ। ਈਲਨ ਮਸਕ ਜੋ ਕਿ ਕਾਫੀ ਸਿਆਣਾ ਮੰਨਿਆ ਜਾਂਦਾ ਆ, ਉਹ ਅਕਸਰ ਕਹਿੰਦਾ ਰਹਿੰਦਾ ਵੀ AI ਬੜੀ ਖਤਰਨਾਕ ਚੀਜ਼ ਹੋ ਸਕਦੀ ਆ। ਵੀ ਇਸ ਲਈ ਨਹੀਂ ਵੀ ਇਹ ਮਦਦ ਕਰਦੀ ਆ ਜਾਂ ਜੌਬ ਗਵਾ ਦੂਗੀ, ਨਹੀਂ, ਇਸ ਕਰਕੇ ਨਹੀਂ। ਉਹ ਇਸ ਲਈ ਕਹਿੰਦਾ ਵੀ ਜੇ ਇਹਨੇ ਆਪਣਾ ਦਿਮਾਗ ਵਰਤ ਲਿਆ, ਜਿਹਨੂੰ ਸੈਂਟੀਐਂਟ ਕਹਿੰਦੇ ਆ, ਵੀ ਇਹਦੇ ਵਿੱਚ ਜਿੱਦਾਂ ਆਪਣੀ ਸੋਚਣ ਦੀ ਸ਼ਕਤੀ ਹੈ ਜਾਂ ਖੁਦ ਸੋਚਣ ਵਾਲੀ ਸ਼ਕਤੀ ਇਹਦੇ ਵਿੱਚ ਜਿਹੜੀ ਉਹ ਆ ਗਈ ਤਾਂ ਇਹ ਤਾਂ ਦੁਨੀਆ ਦਾ ਕਰ ਦੂਗੀ ਪੱਟੀ ਮੇਸ। ਉਹ ਇਸ ਗੱਲ ਤੋਂ ਜਿਹੜਾ ਉਹ ਡਰਦਾ, ਜਿਹੜੀ ਟਰਮੀਨੇਟਰ ਮੂਵੀਜ਼ ਦੇ ਵਿੱਚ ਡਰ ਆ, ਉਹ ਉਸ ਗੁਣੋਂ ਇਸ ਚੀਜ਼ ਨੂੰ ਜਿਹੜਾ ਉਹ ਡਰ ਦੇ ਤੌਰ ਦੇ ਉੱਤੇ ਜਿਹੜਾ ਉਹ ਲੈਂਦਾ ਆ। ਹੋ ਸਕਦਾ ਹੈ, ਨਹੀਂ ਹੋ ਸਕਦਾ, ਇਸ ਦੇ ਬਾਰੇ ਤਾਂ ਭਵਿੱਖ ਨੇ ਜਿਹੜਾ ਉਹ ਦੱਸਣਾ ਆ। ਪਰ ਸੋਚ ਲੈਣਾ ਇਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਆ। ਇਹ ਵੀ ਦੱਸਦਾ ਜਾਵਾਂ, ਇੱਥੇ ਮੈਨੂੰ ਪੁਰਾਣੀ ਇੱਕ ਮੈਟਾ ਦੀ ਗੱਲ ਯਾਦ ਆ ਗਈ। ਉਹ ਫੇਸਬੁੱਕ ਸੀ, ਮੈਟਾ ਨਹੀਂ ਸੀ ਬਣੀ। ਇਹਨਾਂ ਨੇ ਕੁਝ ਬੋਟਸ ਬਣਾਏ। ਬੋਟ ਕੀ ਹੁੰਦੇ ਆ? ਜਿਹੜੇ ਆਮ ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਇਨਸਾਨ ਦੀ ਥਾਂ ਤੇ ਇੱਕ ਮਸ਼ੀਨ ਲਰਨਡ ਪ੍ਰੋਗਰਾਮ ਹੁੰਦਾ ਆ। ਉਹ ਟਿਪੀਕਲ ਸਵਾਲਾਂ ਦੇ ਜਿਹੜੇ ਟਿਪੀਕਲ ਜੇ ਆਨਸਰ ਆਪਾਂ ਨੂੰ ਦੇ ਦਿੰਦਾ ਜਦੋਂ ਆਪਾਂ ਚੈਟ ਕਰਦੇ ਆ ਜਾਂ ਗੱਲ ਕਰਦੇ ਆ। ਠੀਕ ਹੈ। ਉਹ ਦੋ ਬੋਟਸ ਨੇ ਆਪਸ ਦੇ ਵਿੱਚ ਗੱਲਬਾਤ ਕਰਨ ਦੇ ਲਈ ਇੱਕ ਨਵੀਂ ਭਾਸ਼ਾ ਵਿਕਸਿਤ ਕਰ ਲਈ। ਠੀਕ ਹੈ। ਜਿਨ੍ਹਾਂ ਨੇ ਬਣਾਏ ਸੀਗੇ ਉਹਨੂੰ ਡੀਕੋਡ ਹੀ ਨਾ ਕਰ ਸਕੇ, ਇਸ ਲਈ ਉਹਨਾਂ ਨੂੰ ਉਹ ਦੋਨੋਂ ਹੀ ਬੰਦ ਕਰਨੇ ਪੈ ਗਏ। ਵੇਖ ਲਓ ਵੀ ਇਹ ਕਿਤੇ ਵਾਕਿਆ ਹੀ ਮਸ਼ੀਨਾਂ ਮਰਜ਼ੀ ਤੇ ਆ ਗਈਆਂ ਨਾ, ਮਸ਼ੀਨਾਂ ਮਰਜ਼ੀ ਦੇ ਉੱਤੇ ਆ ਗਈਆਂ। ਸੋ ਇਹ ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਦਾ। ਜਿਹੜੀਆਂ ਕੁਝ ਕਨਸਪੀਰੇਸੀ ਥਿਊਰੀਜ਼ ਹੁੰਦੀਆਂ ਪ੍ਰਵੀਨ ਜੀ, ਉਹ ਕਈ ਡਰਾਂ ਚੋਂ ਨਿਕਲਦੀਆਂ। ਜਿੱਦਾਂ ਟੀਕੇ ਲੱਗਣ ਦੇ ਵਿੱਚ ਕਹਿੰਦੇ ਵੀ ਚਿੱਪਾਂ ਲਾਤੀਆਂ। ਚਿੱਪਾਂ ਦੇ ਨਾਲ ਕਰਨਾ ਕੀ? ਕੰਟਰੋਲ ਕਰਨ ਦਾ ਹੀ ਆ ਨਾ ਮਕਸਦ ਦੁਨੀਆ ਨੂੰ ਕੰਟਰੋਲ ਕਰਨ ਦਾ ਹੈ। ਚਾਹੇ ਉਹ ਫੋਨ ਦੇ ਜ਼ਰੀਏ ਆ, ਚਾਹੇ ਉਹ ਤੁਹਾਡੇ ਅੰਦਰ ਜਿਹੜੀਆਂ ਉਹ ਚਿਪਸ ਲਾਉਣ ਦੇ ਨਾਲ ਆ। ਇਹ ਜਾਰਜ ਔਰਵੈਲ ਦਾ 1984 ਇੱਕ ਉਹ ਹੈਗਾ ਆ ਨੋਵਲ ਆ, ਉਹਦੇ ਵਿੱਚ ਇਹੀ ਚੀਜ਼ਾਂ ਜਿਹੜੀਆਂ ਉਹ ਭੈ ਨੇ, ਡਰ ਨੇ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਆਪਾਂ ਨੂੰ ਦੇਖਣ ਨੂੰ ਮਿਲਦੀਆਂ। ਤੇ ਉਹਨਾਂ ਵਿੱਚੋਂ ਕਈ ਤਰੀਕੇ ਦੀਆਂ ਥਿਊਰੀਜ਼, ਕਨਸਪੀਰੇਸੀ ਵੀ ਹੁੰਦੀਆਂ, ਕਈ ਰਿਐਲਿਟੀਜ਼ ਆ, ਉਹ ਸਾਰੀਆਂ ਚੀਜ਼ਾਂ ਆਪਣੇ ਹੁੰਦੀਆਂ ਨਜ਼ਰ ਆਉਂਦੀਆਂ ਆ ਰਹੀਆਂ ਨੇ। ਤੇ ਤੁਸੀਂ ਦੇਖੋ ਵੀ ਕਈ ਵਾਰੀ ਨਾ ਜਦੋਂ ਗੱਲਾਂ ਸੁਣੀ ਦੀਆਂ ਵੀ ਗਰੀਬ ਵੀ ਪੈਦਾ ਕੀਤੇ ਜਾ ਰਹੇ ਨੇ, ਤਾਂ ਇਹੀ ਲੱਗਦਾ ਕਿ ਜਿਹੜੀ ਮਾਲ ਮੰਡੀ ਹੈ, ਸਾਰਾ ਕੁਝ ਮਾਲ ਮੰਡੀ ਬਣ ਗਿਆ ਉਹਦੀ ਖਪਤ ਵਧਾਉਣ ਦੇ ਲਈ, ਉਹਨੂੰ ਮਨੁੱਖਾਂ ਤੇ ਲਾਗੂ ਕਰਨ ਦੇ ਲਈ। ਪਰ ਜਿਵੇਂ ਆਪਾਂ ਕਿਹਾ ਕਿ ਦੁਨੀਆ ਦਾ ਮੁਹਾਂਦਰਾ ਉਹ ਸਾਰੇ ਇਹਨਾਂ ਚੀਜ਼ਾਂ ਦਾ ਹੀ ਕਨਕਲੂਜਨ ਹੈ ਕਿ ਜਦੋਂ ਤੁਹਾਡੇ ਆਸੇ-ਪਾਸੇ ਟੈਕਨੋਲੋਜੀ ਹੀ ਟੈਕਨੋਲੋਜੀ, ਤੁਹਾਡੇ ਘਰੇ ਜੇ ਕੁੱਤਾ ਰੱਖਿਆ ਉਹ ਵੀ ਟੈਕਨੋਲੋਜੀ ਵਾਲਾ, ਉਹ ਵੀ AI ਦੇ ਨਾਲ ਆ। ਤੁਸੀਂ ਪਤਾ ਲੱਗਿਆ ਅੱਜ ਤਾਂ ਅਪਡੇਟ ਹੀ ਨਹੀਂ ਕੀਤਾ, ਸਵੇਰੇ ਉੱਠਿਆ ਹੀ ਨਹੀਂ ਗਾ, ਸੋ ਅੱਜ ਇਹ ਫੰਕਸ਼ਨ ਕਰਨ ਲੱਗ ਪਿਆ। ਸਾਰਾ ਸਰਾਊਂਡਿੰਗ ਦੱਸ ਰਿਹਾ ਤੁਹਾਡੀਆਂ, ਤੁਹਾਡੇ ਹੋਰ ਚੀਜ਼ਾਂ ਉਹ ਡਿਸਕ੍ਰਾਈਬ ਕਰ ਰਿਹਾ। ਮਤਲਬ ਤੁਸੀਂ ਆਪ
ਜਿਹੜਾ ਆਪਦੇ ਮਨ ਦੇ ਨਾਲ ਜ਼ੋਰ ਲਾਉਣਾ। ਅਕਸਰ ਹੁਣ ਆਪਾਂ ਕਈ ਬੰਦਿਆਂ ਨੂੰ ਮੈਂ ਇੱਥੇ ਦੇਖਿਆ, ਉਹ ਕਹਿੰਦੇ ਯਾਰ ਅਸੀਂ ਨਾ ਜਦੋਂ ਗੂਗਲ ਮੈਪ ਆਪਾਂ ਨੂੰ ਯੂਜ਼ ਕਰਦੇ ਉਹ ਦੇਖਦੇ ਆ, ਉਹ ਕਹਿੰਦੇ ਯਾਰ ਅਸੀਂ ਟਰੱਕ ਚਲਾਈਦਾ ਸੀ ਅੱਜ ਤੋਂ 15 ਸਾਲ ਜਾਂ 10 ਸਾਲ 20 ਸਾਲ ਪਹਿਲਾਂ, ਅਸੀਂ ਯਾਦ ਰੱਖਣਾ ਫਲਾਨੇ ਨੰਬਰ ਐਗਜ਼ਿਟ ਤੇ ਉਸ ਤੋਂ ਬਾਅਦ ਇੰਨਾ ਫਲਾਨਾ ਫਲਾਨਾ ਫਲਾਨਾ, ਕਹਿੰਦਾ ਅਸੀਂ ਐਂ ਇੱਪੜ ਜਾਈਦਾ ਸੀ। ਪਰ ਕਹਿੰਦਾ ਹੁਣ ਜੇ ਵੇਖੀ ਦਾ ਨਵੇਂ ਮੁੰਡੇ ਕੁੜੀਆਂ ਨੂੰ ਚੌਥੀ ਸਟਰੀਟ ਤੇ ਜਾਣਾ ਤਾਂ ਲਓ ਜੀ ਕੱਢ ਕੇ ਮੈਪ ਲਾ ਲਓ। ਸੋ ਇੱਕ ਮਨੁੱਖ ਦੀ ਜਿਹੜੀ ਉਹ ਸਮਰੱਥਾ ਨਾ ਦਿਮਾਗੀ ਤੌਰ ਤੇ ਇੰਟੈਲੀਜੈਂਸ ਸਮਰੱਥਾ ਜਿਹੜੀ ਉਹ ਲਿਮਟਿਡ ਹੋ ਰਹੀ ਹੈ। ਤੇ ਹਲੇ ਤੁਸੀਂ ਦੇਖੋ ਕਿ ਇਹਨਾਂ ਚੀਜ਼ਾਂ ਦਾ ਅਸਰ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ 'ਚ ਨਹੀਂ ਦਿਖ ਰਿਹਾ। ਹਲੇ ਸਾਨੂੰ ਵੈਸੇ ਕੰਟੈਂਟ ਦੇ ਤੌਰ ਤੇ ਜਾਂ ਹੈਲਪਿੰਗ ਦੇ ਤੌਰ ਤੇ ਲੱਗ ਰਿਹਾ, ਪਰ ਜਿੱਦੇ ਉੱਥੇ ਇਹ ਚਲੇ ਗਏ ਉਹਦੇ ਬਹੁਤ ਕੁਝ ਹੋਰ ਬਦਲ ਜਾਣਾ। ਫਾਈਨੈਂਸ਼ੀਅਲ ਦੇ ਨਾਲੋਂ ਵੀ ਜਿਹੜੀ ਸਮਾਜਿਕ ਹਾਂਜੀ ਉਹ ਜਿਹੜੀ ਸਮਰੱਥਾ ਆ, ਸੋਸ਼ਲ ਇੰਟੈਲੀਜੈਂਸ ਤੇ ਓਵਰਆਲ ਹਾਂਜੀ ਸੋਸ਼ਲ ਹਾਂਜੀ ਉਹ ਜਿਹੜੀ ਘਟਨੀ ਆ ਉਹ ਇਹ ਮੰਨਿਆ ਜਾਂਦਾ ਆ ਵੀ ਉਹ ਇਨਸਾਨੀ ਜਿਹੜੀ ਸਿਵਲਾਈਜੇਸ਼ਨ ਉਸ ਦੇ ਲਈ ਬਹੁਤ ਖਤਰਨਾਕ ਆ। ਮਨੁੱਖ ਜੰਗਲਾਂ ਚੋਂ ਨਿਕਲ ਕੇ ਇੱਧਰ ਆਇਆ ਤੇ ਆਪਾਂ ਕਮਰਿਆਂ 'ਚ ਬੰਦ ਹੋ ਗਏ। ਹਾਂਜੀ ਆਪਾਂ ਇੱਕ ਦੂਜੇ ਤੋਂ ਜਿਹੜਾ ਉਹ ਦੂਰ ਹੋ ਗਏ। ਇੱਥੇ ਇੱਕ ਇਹ ਵੀ ਚੀਜ਼ ਆ ਨਾਲ, ਨਥਿੰਗ ਇਜ਼ ਆਲ ਬੈਡ ਨਹੀਂ ਆ, ਸਭ ਕੁਝ ਖਤਮ ਹੀ ਨਹੀਂ ਆ। ਦੇਖੋ ਇਹ ਜਿਹੜੇ ਸ਼ੋਅ ਅਸੀਂ ਕਰਦੇ ਆ ਇਹਦਾ ਮਤਲਬ ਇਹ ਆ ਤੁਹਾਨੂੰ ਜਾਣੂ ਕਰਾਈਏ ਕੀ ਹੋ ਰਿਹਾ। ਹਾਂਜੀ ਟੈਕਨੋਲੋਜੀ ਉਹਦੇ ਵਿੱਚੋਂ ਤੁਹਾਨੂੰ ਲੱਭਣਾ ਪੈਣਾ। ਦੇਖੋ ਜੇ ਸੋਚਦੇ ਆ ਨਾ ਵੀ ਇਹ ਤਾਂ ਸੱਤਿਆਨਾਸ਼ ਆ ਜੀ, ਇਹਨੇ ਤਾਂ ਖਤਮ ਕਰ ਦੇਣਾ, ਇਹ ਹੈ ਉਹ ਹੈ। ਹਾਂਜੀ ਠੀਕ ਆ ਤੁਹਾਡੀ ਗੱਲ, ਤੁਸੀਂ ਆਪਣੇ ਗੱਲ ਦੇ ਵਿੱਚ ਤੁਹਾਡਾ ਓਪੀਨੀਅਨ ਆ, ਰਾਈਟ ਆ ਵੀ ਤੁਸੀਂ ਉਹ ਸੋਚ ਸਕਦੇ ਆ, ਪਰ ਇਹ ਜ਼ਮਾਨੇ ਦਾ ਸੱਚ ਆ। ਸੱਚ ਦੇ ਨਾਲ ਚੱਲਣਾ ਪੈਣਾ। ਜੇ ਤੁਸੀਂ ਚੀਜ਼ਾਂ ਨਹੀਂ ਸਿੱਖੋਗੇ ਜਾਂ ਇਹਦੇ ਨਾਲ ਤੁਸੀਂ ਨਹੀਂ ਤੁਰੋਗੇ ਤਾਂ ਇਹ ਹੋਣਾ ਨਹੀਂ। ਆਪਣੇ ਕਹੇ ਆਈਡੀਅਲਿਜ਼ਮ ਦੁਨੀਆ ਦੇ ਉੱਤੇ ਕਿਤੇ ਨਹੀਂ ਆ, ਨਾ ਹੀ ਉਹ ਹੋਣਾ ਆ ਤੇ ਨਾ ਹੀ ਉਹ ਹੋ ਸਕਦਾ। ਇਹ ਆਪਾਂ ਨੂੰ ਮੰਨ ਲੈਣਾ ਚਾਹੀਦਾ। ਇਹਨਾਂ ਚੀਜ਼ਾਂ ਨੂੰ ਆਪਾਂ ਆਪਣੇ ਲਈ ਕਿੱਦਾਂ ਬਿਹਤਰ ਵਰਤ ਸਕਦੇ ਹਾਂ। ਦੇਖੋ ਕੰਪਨੀਆਂ ਨੇ ਤਾਂ ਵਰਤਣਾ ਹੀ ਵਰਤਣਾ, ਬਿਲਕੁਲ, ਤੁਸੀਂ ਕਿੱਦਾਂ ਵਰਤਣਾ ਆ ਇਹਦੇ ਲਈ ਤਿਆਰੀ ਰੱਖੋ। ਇਹ ਜ਼ਰੂਰੀ ਆ। ਹੁਣ ਇੱਕ ਅੱਜ ਦੀ ਖਬਰ ਆ ਵੀ ਜਿਹੜੇ ਟਰਬੋਟੈਕਸ ਤੇ H&R ਬਲੌਕ ਆ, ਇਹ ਦੋ ਵੱਡੀਆਂ ਅਜਿਹੀਆਂ ਕੰਪਨੀਆਂ ਜੋ ਕਿ ਹੁਣ ਟੈਕਸ ਸੀਜ਼ਨ ਚੱਲਦਾ ਆ, ਸਾਰੇ ਟੈਕਸ ਭਰ ਰਹੇ ਆ। ਇਹਨਾਂ ਦੇ ਜ਼ਰੀਏ ਲੋਕ ਟੈਕਸ ਵੀ ਭਰਦੇ, ਐਡ ਵੀ ਬਹੁਤ ਕਰਦੇ, ਸਾਰਾ ਕੁਝ ਹੁੰਦਾ ਆ। ਠੀਕ ਹੈ, ਇਹਨਾਂ ਨੇ AI ਵਰਤਣੀ ਸ਼ੁਰੂ ਕਰਤੀ। ਅੱਛਾ, ਜੋ ਕਿ ਆਮ ਤੁਹਾਡੇ ਵਰਗਿਆਂ ਨੂੰ, ਮੇਰੇ ਵਰਗਿਆਂ ਨੂੰ, ਸਾਡੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਸਲਾਹਾਂ ਦੇ ਰਹੇ ਸੀਗੇ। ਉਹਨਾਂ ਦੇ ਜਿਹੜੇ ਚੈਟਪੋਟ ਸੀਗੇ AI ਦੇ ਨਾਲ ਲੈਸ ਸੀਗੇ, ਵੀ ਉਹਨਾਂ ਨੂੰ ਦੱਸ ਰਹੇ ਸੀਗੇ ਵੀ ਆਹ ਚੀਜ਼ ਕਰ ਲਓ, ਇਦਾਂ ਕਰ ਲਓ। ਪਰ ਕਹਿੰਦੇ ਵੀ ਜਿਹੜਾ ਨਵਾਂ ਡਾਟਾ ਉਸ ਦੇ ਵਿੱਚ ਇਹ ਆਇਆ ਆ ਵੀ ਚੈਟਬੋਟਸ, ਇਹ ਪਪੂਲਰ ਟੈਕਸਟ ਸਰਵਿਸਿਜ਼ ਦੇ, ਉਹ ਜ਼ਿਆਦਾਤਰ ਉਹਨਾਂ ਨੇ ਗਲਤ ਸਲਾਹ ਦਿੱਤੀ। ਸੋ ਇੱਥੇ ਕੀ ਪਤਾ ਲੱਗਦਾ ਆ ਵੀ ਮਨੁੱਖ ਦੀ ਅਜੇ ਵੀ ਲੋੜ ਆ, ਉਹਦੀ ਆਪਣੀ ਜਿਹੜੀ ਇੰਟੈਲੀਜੈਂਸ ਆ ਉਹਦੀ ਅਜੇ ਵੀ ਲੋੜ ਆ। AI ਨੂੰ ਚਲਾਉਣਾ ਕਿੰਨੇ ਆ? ਆਪਾਂ ਹੀ ਚਲਾਉਣਾ, ਆਪਾਂ ਹੀ ਉਹਦੀ ਕੋਡਿੰਗ ਕਰਨੀ, ਆਪਾਂ ਹੀ ਉਹਨੂੰ ਸਮਝਾਉਣਾ ਆ, ਆਪਾਂ ਹੀ ਉਹ ਸਾਰਾ ਕੁਝ ਕਰਨਾ ਆ। ਸੋ ਇਹ ਨਾ ਢੇਰੀ ਹੋ ਕੇ ਬਹਿ ਜਾਓ ਵੀ ਨਹੀਂ ਹਾਏ AI ਆ ਗਈ ਤੇ ਹੁਣ ਸਭ ਕੁਝ ਖਤਮ ਹੋ ਜਾਣਾ, ਅਸੀਂ ਤਾਂ ਸੜਕਾਂ ਤੇ ਆ ਜਾਾਂਗੇ, ਹੁਣ ਕੀ ਹੋਊਗਾ। ਨਹੀਂ, ਏਡੀ ਗੱਲ ਨਹੀਂ। ਆਪਾਂ ਹੀ ਉਸ ਨੂੰ ਕੰਟਰੋਲ ਦੇ ਵਿੱਚ ਰੱਖਣਾ ਆ। ਆਪਾਂ ਹੀ ਆਪਣੇ ਉਦਾਂ ਦੇ ਹੁਨਰ ਜਿਹੜੇ ਨਵੇਂ ਵਿਕਸਿਤ ਜਿਹੜੇ ਉਹ ਆਪਾਂ ਨੂੰ ਕਰਨੇ ਪੈਣੇ ਆ। ਸੋ ਇਹ ਉਦਾਹਰਣ ਇਹ ਦੱਸਦੀ ਆ ਵੀ AI ਹਾਂ ਨੋ ਡਾਊਟ ਹੈਗੀ ਆ, ਪਰ ਅਜੇ ਇੰਨੀ ਵਿਕਸਿਤ ਨਹੀਂ ਵੀ ਉਹ ਇਨਸਾਨ ਦੀ ਪੂਰੀ ਥਾਂ ਲੈ ਲਵੇ। ਸੋ ਆਪਾਂ ਆਪਣੇ ਆਪ ਨੂੰ ਹੋਰ ਹੁਨਰਮੰਦ ਜਿਹੜੇ ਉਹ ਬਣਾਉਣਾ ਆ, ਇਸ ਪਾਸੇ ਵੱਲ ਨੂੰ ਆਪਾਂ ਜ਼ੋਰ ਦੇਣਾ ਆ। ਇਹਦੀਆਂ ਸਟੱਡੀਜ਼, ਇਹਦੇ ਨਾਲ ਮਿਲਦੀਆਂ ਜੁਲਦੀਆਂ ਡਿਗਰੀਜ਼, ਇਹਦੇ ਨਾਲ ਮਿਲਦੇ ਜੁਲਦੇ ਕੋਰਸਿਸ ਉਹ ਕਰਨਾ, ਇਹਦੇ ਬਾਰੇ ਸਿੱਖਣਾ, ਇਹਦੇ ਬਾਰੇ ਪੜ੍ਹਨਾ, ਇਹਦੇ ਬਾਰੇ ਜਾਣਨਾ, ਇਹ ਬਹੁਤ ਜ਼ਰੂਰੀ ਆ ਇਸ ਸਮੇਂ ਦੀ ਮੰਗ। ਹਾਂਜੀ, ਉਹੀ ਗੱਲ ਕਹਿੰਦੇ ਨਾ, ਕਈ ਲੋਕ ਕਹਿੰਦੇ ਵੀ ਅਲਟਰਨੇਟ ਆਪਸ਼ਨ, ਇਹ ਅਲਟਰਨੇਟ ਹੈ ਕਿ ਆਪਸ਼ਨ ਹੈ। ਇਹਦਾ ਥੋੜਾ ਜਿਹਾ ਇੱਕ ਫਰਕ ਤਾਂ ਬਹੁਤ ਥੋੜਾ, ਪਰ ਹੈ ਜਿੰਨਾ ਕੁ ਹੈਗਾ ਉਹਨਾਂ ਕੁ ਹੈਗਾ ਹੀ ਹੈ। ਐਜੂਕੇਸ਼ਨ ਸੈਕਟਰ ਦੇ ਮਾਮਲੇ ਦੇ ਵਿੱਚ ਜਦੋਂ AI ਨੂੰ ਦੇਖਿਆ ਗਿਆ ਨਾ ਰਾਜਕਰਮਵੀਰ ਸਿੰਘ ਜੀ, ਕਿ ਐਜੂਕੇਸ਼ਨ ਦੇ ਵਿੱਚ ਇਹਦੇ ਸਹੀ ਅਰਥ ਨਿਕਲ ਰਹੇ ਨੇ, ਇਹ ਲਾਭਕਾਰੀ ਹੈ ਜਾਂ ਇਹ ਹਾਨੀਕਾਰਕ ਹੈ। ਤਾਂ ਪ੍ਰੋਜ਼ ਐਂਡ ਕੌਨਸ ਦੇ ਉੱਤੇ ਇੱਕ ਵੈਬਸਾਈਟ ਆ, ਉਹਨੇ ਬੜਾ ਸੋਹਣਾ ਕੰਮ ਕੀਤਾ, ਬੜਾ ਵਧੀਆ ਆਰਟੀਕਲ ਉਹਨਾਂ ਨੇ ਲਿਖਿਆ। ਉਹਨਾਂ ਨੇ ਜਿਹੜੀਆਂ ਇਹਦੀਆਂ ਵਿਸ਼ੇਸ਼ਤਾਵਾਂ ਨੇ, ਜਿਹੜੇ ਇਹਦੇ ਲਾਭ ਨੇ, ਉਹ ਵੀ ਦੱਸੇ ਨੇ ਕਿ ਕੌਨਟੈਕਸਟ ਹੈ, ਪਰਸਨਲਾਈਜੇਸ਼ਨ ਹੈ ਇਹਦੇ ਵਿੱਚ, ਸਪੀਡ ਹੈ AI ਦੀ ਸਪੀਡ ਹੈ, ਇਹਦੇ ਨਾਲ ਤੁਸੀਂ ਅਸਿਸਟੈਂਟ ਤੁਹਾਨੂੰ ਕਰਦਾ ਹੈ ਕਈ ਮਾਮਲਿਆਂ ਦੇ ਵਿੱਚ, ਖੋਜ ਤੁਸੀਂ ਕਰਨੀ ਆ ਘੱਟ ਟਾਈਮ ਦੇ ਵਿੱਚ ਤੁਹਾਨੂੰ ਜ਼ਿਆਦਾ ਚੀਜ਼ਾਂ ਦੱਸ ਦਿੰਦਾ। ਪਰ ਉਹ ਕਹਿੰਦੇ ਜਿਹੜੇ ਮਤਲਬ ਕੌਨਸ ਨੇ, ਜਿਹੜੇ ਹਾਨੀਆਂ ਨੇ, ਉਹ ਸਭ ਤੋਂ ਵੱਡੀ ਹਾਨੀ ਤਾਂ ਇਹ ਹੈ ਕਿ ਜੌਬਸ ਦੇ ਉੱਤੇ ਖਤਰਾ ਬਹੁਤ ਹੈ। ਹਾਂਜੀ, ਇਹ ਤਾਂ ਹੈ ਹਨਾ, ਜਿੰਨਾ ਇਹ ਰਿਐਲਿਟੀ ਹੈ ਨਾ ਸਭ ਤੋਂ। ਕਹਿੰਦੇ ਕਿ ਹਾਂਜੀ, ਇਹ ਹੈਗਾ ਕਿ ਪੋਟੈਂਸ਼ੀਅਲ, ਕਹਿੰਦੇ ਪਾਵਰਫੁਲ ਲਰਨਿੰਗ ਟੂਲ ਹੈ, ਪੋਟੈਂਸ਼ੀਅਲ ਹੈ, ਪਰ ਇਹਦੇ ਨਾਲ ਇਹ ਹੈ ਕਿ ਟੀਚਰ ਵੀ ਵਰੀ ਹੈ ਕਿ AI ਉਹਨਾਂ ਦੀਆਂ ਜੌਬਸ ਨਾ ਖਾ ਜੇ। ਜੇ ਸਟੂਡੈਂਟ ਇੱਦਾਂ ਡਿਪੈਂਡੈਂਟ ਹੋ ਗਏ, ਜਾਂ ਜਿਹੜੇ ਟਿਊਟੋਰੀਅਲ ਨੇ, ਆਨਲਾਈਨ ਕਲਾਸਿਸ ਲਗਾਉਂਦੇ ਨੇ, ਉਹ ਸਭ ਤੋਂ ਵੱਡਾ।
ਇੱਕ ਜਿਹੜਾ ਸ਼ਬਦ ਆਪਾਂ ਤੁਸੀਂ ਸੋਸ਼ਲ ਵਾਲੇ ਉਹਦੇ ਵਿੱਚ ਵਰਤਿਆ ਸੀਗਾ ਕਿ ਆਪਣੀ ਜਿਹੜੀ ਦੂਰੀ ਹੈ ਮਨੁੱਖ ਤੋਂ ਮਨੁੱਖ ਦੀ, ਉਹ ਉਹਨਾਂ ਨੇ ਫਿਰ ਇਹਨੂੰ ਵੀ ਡਿਫਾਈਨ ਕੀਤਾ, ਕਹਿੰਦੇ ਆਈਸੋਲੇਸ਼ਨ ਕਰਦੀ ਆ। AI ਦੇ ਨਾਲ ਤੁਸੀਂ ਸਟੱਡੀ ਤਾਂ ਕਰ ਲਓਗੇ, ਨੋ ਡਾਊਟ ਤੁਸੀਂ ਘੰਟਿਆਂ ਦਾ ਕੰਮ ਮਿੰਟਾਂ ਦੇ ਵਿੱਚ ਵੀ ਕਰਨ ਦੀ ਸਮਰੱਥਾ ਹੈਗੀ ਹੈ, ਨੋ ਡਾਊਟ ਕਈ ਮਾਮਲਿਆਂ ਦੇ ਵਿੱਚ ਤਾਂ ਰਿਸਰਚ ਵੀ ਹੈਗੀ, ਪਰ ਕਈ ਮਾਮਲਿਆਂ ਵਿੱਚ ਉਹਨਾਂ ਨੇ ਕਿਹਾ ਕਿ ਬਾਇਸਡ ਵੀ ਹੈਗੀ ਹੈ ਇਹਦੀ ਰਿਸਰਚ। ਪਰ ਉਹ ਕਹਿੰਦੇ ਕਿ ਆਈਸੋਲੇਸ਼ਨ ਦੀ ਜਿਹੜੀ ਸਭ ਤੋਂ ਵੱਡੀ ਹੈ ਕਿ ਬੰਦਾ ਬੈਠਾ ਜਸਟ ਇੰਟਰਨੈਟ ਹੈਗਾ, ਉਸ ਤੋਂ ਬਾਅਦ ਆਪਦਾ ਕੰਮ ਉਹ ਕਰੀ ਜਾਂਦਾ, ਕੁਛ ਨਹੀਂ ਪਤਾ ਕਿ ਆਲੇ ਦੁਆਲੇ ਕੀ ਹੋ ਰਿਹਾ, ਉਹ ਵਾਲੀ ਸਥਿਤੀ ਹੈ। ਚੀਟਿੰਗ ਦਾ ਵੀ ਉਹਨਾਂ ਨੇ ਕਿਹਾ ਕਿ ਚੀਟਿੰਗ ਚਾਂਸਸ ਵੀ ਵੱਧਦੇ ਆ। ਹਾਂਜੀ, ਆਪਣਾ ਬਹੁਤ ਦੇਖੇ ਆ ਬੜੇ ਵਿਦਿਆਰਥੀਆਂ ਨੇ ਜਿਹੜੀ ਹੈ ਚੈਟ GPT ਜਾਂ ਹੋਰ AI ਟੂਲਸ ਦੀ ਵਰਤੋਂ ਕਰਦੇ ਹੋਏ ਆਪਣੇ ਐਸੇ ਲਿਖ ਲਏ। ਹਾਂਜੀ, ਇੱਕ ਚੀਜ਼ ਅੱਜ ਨਵੀਂ ਖਬਰ ਸੀਗੀ ਵੀ ਉਹ ਲਿਖੀ ਤੇ ਜਾਂਦੇ ਤੇ ਕਈਆਂ ਦੇ ਸੇਮ ਹੀ ਆ ਗਏ। ਉਹ AI ਵੀ ਹੁਣ ਇੱਕ ਦੂਜੇ ਤੋਂ ਆਪਣੀ ਹੋਈ ਉਹ ਨਕਲ ਮਾਰੀ ਜਾਂਦੀ, ਉਹ ਵੀ ਪਲੇਜਰਿਜ਼ਮ ਚ ਆ ਗਈ। ਹਾਂਜੀ, ਉਹੀ ਹੈ ਨਾ ਚੀਜ਼। ਇੱਕ ਬੰਦੇ ਨੇ ਲਿਖਿਆ ਕਿ ਕੋਈ ਕਿਸੇ ਵੀ ਵਿਸ਼ੇ ਤੇ ਤੁਸੀਂ ਲਿਖਣਾ ਹੈ, ਤੁਹਾਡੇ ਕੀਵਰਡਸ ਰਲ ਗਏ ਤਾਂ ਉਹ ਤਾਂ ਸੇਮ ਹੀ ਹੋਣਾ ਨਾ, ਮੂਹਰੋਂ ਆਨਸਰ ਤਾਂ ਸੇਮ ਹੀ ਹੋਣਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਸੋ ਇੱਥੋਂ ਦੇਖੋ, ਇਹ ਨਵੀਂ ਟੈਕਨੋਲੋਜੀ ਆ, ਇਹਨੇ ਵਧਣਾ ਹੈ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਇਹਦੇ ਨਾਲ ਇਹ ਇੱਕ ਮੌਕਾ ਵੀ ਆਪਣੇ ਕੋਲ ਹਮੇਸ਼ਾ ਰਹਿਣਾ ਆ ਵੀ ਆਪਾਂ ਇਸ ਤੋਂ ਅੱਗੇ ਰਹਿਣਾ ਆ, ਇਸ ਤੋਂ ਇੱਕ ਕਦਮ ਅੱਗੇ ਰਹਿਣਾ ਆ। ਆਪਾਂ ਆਪਣੇ ਹਿਸਾਬ ਨੂੰ ਉਸ ਹਿਸਾਬ ਦੇ ਨਾਲ ਬਦਲੀਏ, ਉਸ ਹਿਸਾਬ ਦੇ ਨਾਲ ਚਲਾਈਏ, ਨਹੀਂ ਤਾਂ ਦਿੱਕਤ ਜਿਹੜੀ ਉਹ ਰਹਿਣੀ ਆ। ਜਿਹੜਾ ਸੈਮ ਐਲਟਮੈਨ ਆ, ਓਪਨ AI ਦਾ ਜਿਹੜਾ CEO ਆ, ਉਹਨੇ ਇੱਕ ਟਾਈਮ ਤੇ ਅਸਤੀਫਾ ਵੀ ਦੇ ਦਿੱਤਾ, ਅਸਤੀਫਾ ਵੀ ਲੈ ਲਿਆ, ਲਾਲਾ ਬੜੀ ਹੋਈ, ਪਰ ਇਵੈਂਚੁਅਲੀ ਫਿਰ ਉਹ ਉੱਥੇ ਆ ਗਿਆ ਕਿਉਂਕਿ ਉਹ ਆਪਣਾ ਸਟਰੋਂਗ ਹੋਲਡ ਚਾਹੁੰਦਾ ਸੀ। ਉਹ ਕੋਈ ਨਹੀਂ ਸੀ ਚਾਹੁੰਦਾ ਵੀ ਉਹਦੇ ਉਲਟਾ ਵਾਲਾ ਵੀ ਕੋਈ ਬੰਦਾ ਉੱਥੇ ਹੋਵੇ। ਠੀਕ ਹੈ, ਵੀ ਮੇਰੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲੇ। ਉਹਦੇ ਨਾਲ ਦੇ ਸਾਥੀਆਂ ਨੇ ਵੀ ਅਸਤੀਫੇ ਦੇ ਦਿੱਤੇ ਸੀਗੇ ਵੀ ਨਹੀਂ ਜੀ, ਜੇ ਇਹ ਕੱਢਣਾ ਤਾਂ ਅਸੀਂ ਵੀ ਜਾਣਾ ਆ। ਹੁਣ ਉਹ ਇੰਨੀ ਪਾਵਰ ਜਿਹੜਾ ਬੰਦਾ ਯੀਲਡ ਕਰ ਰਿਹਾ ਆ, ਜਿੰਨੀ ਤਾਕਤ ਆ ਉਸਦੇ ਕੋਲ, ਕਿੱਦਾਂ ਵਰਤੂਗਾ, ਕਿਹੜੇ ਹਿਸਾਬ ਦੇ ਨਾਲ ਜਿਹੜਾ ਉਹ ਵਰਤੂਗਾ, ਇਹ ਜਿਹੜੇ ਉਹ ਵੱਡੇ ਸਵਾਲ ਆ। ਅੱਜ ਹੁਣ ਦੇਖ ਰਹੇ ਆ ਵੀ ਟਰੰਪ ਹੋਣਾ ਨੇ ਇਹ ਪੋਲੀਟੀਕਲ ਸੀਨ ਦੇ ਵਿੱਚ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ। ਹੁਣ ਅੱਜ ਜਿਹੜੀਆਂ ਇਹ ਕੁਝ ਘੰਟੇ ਪਹਿਲਾਂ ਦੀਆਂ ਖਬਰਾਂ ਆ ਵੀ ਟਰੰਪ ਜਿਹੜਾ ਸਪੋਰਟਰਸ ਆ ਉਹਦੇ, ਉਹ ਆਪ ਨਹੀਂ, ਉਹਦੇ ਜਿਹੜੇ ਸਪੋਰਟਰਸ ਆ ਉਹ AI ਦੇ ਨਾਲ ਫੋਟੋਆਂ ਜਨਰੇਟ ਕਰ ਰਹੇ ਆ, ਕਾਲੇ ਮੂਲ ਦੇ ਲੋਕਾਂ ਦੇ ਨਾਲ ਖਿੱਚੀਆਂ ਹੋਈਆਂ, ਜੋ ਕਿ AI ਜਨਰੇਟਰ ਆ, ਫੇਕ ਆ। ਉਹਦੀਆਂ ਆਪਣੀਆਂ ਹੋਣਗੀਆਂ, ਰੀਅਲ ਵੀ ਹੋਣਗੀਆਂ, ਪਰ ਉਹਦੇ ਜਿਹੜੇ ਸਪੋਰਟਰਸ ਆ ਉਹ ਇਹ ਭਰਮਾਉਣ ਦੇ ਲਈ ਹੋਰ ਵੋਟਰਸ ਨੂੰ ਵੀ ਦੇਖੋ ਇਹ ਤਾਂ ਉਹਨਾਂ ਦੇ ਨਾਲ ਇਦਾਂ ਘੁਲਿਆ ਮਿਲਿਆ। ਇਸੇ ਤਰੀਕੇ ਨਾਲ ਦੂਜੇ ਵੀ ਕਰਦੇ ਹੋ ਸਕਦੇ, ਪਰ ਇਹ ਸਾਹਮਣੇ ਆ ਗਈ ਹੁਣ ਗੱਲ। ਹੁਣ ਤੁਸੀਂ ਇਹੀ ਦੇਖੋ ਨਾ ਕਿ ਜੇਕਰ ਉਹਨੇ ਕਰਨਾ ਹੋਵੇ ਕੰਮ ਐਕਚੁਅਲ ਦੇ ਵਿੱਚ ਪਰਫਾਰਮ ਕਰਨਾ ਹੋਵੇ ਫੋਟੋਆਂ ਖਿਚਾਉਣ ਦੇ ਲਈ, ਉਹਨੂੰ ਪਹਿਲਾਂ ਟਾਈਮ ਦੇਣਾ ਪਊਗਾ, ਕਿਤੇ ਇਵੈਂਟ ਰੱਖਣਾ ਪਊਗਾ, ਪੈਸਾ ਖਰਚ ਕਰਨਾ ਪਊਗਾ, ਲੋਕ ਸੱਦਣੇ ਪੈਣਗੇ, ਸਾਰਾ ਕੁਝ। ਪਰ ਉਹ ਕੀਤਾ ਕਿਤੇ ਜਾ ਰਿਹਾ ਇੱਕ ਲੈਪਟਾਪ ਸਬਸਕ੍ਰਿਪਸ਼ਨ ਸਬਸਕ੍ਰਿਪਸ਼ਨ ਜੀ। ਸੋ ਇਹੀ ਫਰਕ ਆ। ਇਸ ਵਾਰ ਇਹ ਬਹੁਤ ਜ਼ਿਆਦਾ ਅਹਿਮ ਰਹਿਣ ਵਾਲਾ ਆ। ਕਹਿੰਦੇ ਤੇ ਹੈਗੇ ਅਸੀਂ ਨੱਥ ਖੱਸਾਂਗੇ, ਈਵਨ ਸੋਸ਼ਲ ਮੀਡੀਆ ਕੰਪਨੀਜ਼ ਵਾਲੇ ਵੀ ਕਹਿੰਦੇ ਆ, ਪਰ ਇਹ ਕਿਤੇ ਨਾ ਕਿਤੇ ਆਊਟ ਆਫ ਕੰਟਰੋਲ ਜਾਣ ਵਾਲੀਆਂ ਚੀਜ਼ਾਂ ਹੁੰਦੀਆਂ ਆ। ਕਿਹੜੀ ਤਸਵੀਰ ਨੇ ਕਿੱਦਾਂ ਕੀ ਕਰ ਜਾਣਾ, ਉਹ ਬਾਅਦ ਚ ਪਤਾ ਲੱਗਦਾ ਹੁੰਦਾ ਹੈ। ਉਹ ਫਿਰ ਬਾਅਦ ਚ ਰੀਅਲਾਈਜ਼ ਹੁੰਦਾ ਵੀ ਇਹ ਸਹੀ ਸੀ ਕਿ ਗਲਤ ਸੀ। ਹੁਣ ਮੇਰੇ ਨਾਲ ਇੱਕ ਸੋਰਾ ਜਿਹੜਾ ਆਪਾਂ ਲਾਸਟ ਟਾਈਮ ਤੁਸੀਂ ਹਰਵਿੰਦਰ ਕੰਗ ਜੀ ਨਾਲ ਡਿਸਕਸ ਕੀਤਾ ਸੀਗਾ, ਉਹ ਮੈਨੂੰ ਯਾਦ ਆ ਗਿਆ। ਉਹਦੇ ਚ ਤੁਸੀਂ ਟੈਕਸਟ ਲਿਖਣਾ ਤੇ ਉਹਨੇ ਵੀਡੀਓ ਜਨਰੇਟ ਕਰ ਦੇਣੀ ਹੈ। ਹੁਣ ਜੇ ਉਹ ਟੀਮ ਇਹ ਕਰ ਰਹੀ ਹੈ ਸਬਸਕ੍ਰਿਪਸ਼ਨ ਲੈ ਕੇ ਕਿ ਟਰੰਪ ਕੋਈ ਵੀ ਕਰ ਰਿਹਾ ਜੇ ਕੋਈ ਵੀ, ਚਲੋ ਆਪਾਂ ABC ਕਰ ਲੈਂਦੇ ਹਾਂ ਕਿ ਫਲਾਂ ਬੰਦਾ ਫਲਾਂ ਕਰਾਊਡ ਦੇ ਵਿੱਚ ਘਿਰਿਆ ਹੋਇਆ ਕਿ ਤੁਸੀਂ ਵੀਡੀਓ ਜਨਰੇਟ ਕਰਦੀ ਹੈ ਤੇ ਹੋ ਜਾਣੀ ਆ, ਉਹਨੂੰ ਕੀ ਔਖਾ? ਨਹੀਂ, ਬਿਲਕੁਲ ਕੋਈ ਔਖਾ ਨਹੀਂ ਉਸਦੇ ਲਈ। ਪਰ ਇਹ ਆ ਵੀ ਪਛਾਣਨ ਦੀ ਸ਼ਕਤੀ ਅਜੇ ਗਲਤੀਆਂ ਆ ਹਜੇ ਹੈਗੀਆਂ। AI 1 ਸਾਲ ਦੇ ਵਿੱਚ ਬਹੁਤ ਜ਼ਿਆਦਾ ਵੀਡੀਓ ਬਣਾਉਣ ਦੇ ਲਈ, ਟੈਕਸਟ ਤੋਂ ਵੀਡੀਓ ਬਣਾਉਣ ਦੇ ਲਈ ਬਹੁਤ ਜ਼ਿਆਦਾ ਸਾਲ ਚ ਟ੍ਰੈਂਡ ਬਹੁਤ ਵਧੀਆ ਰਿਹਾ ਆ। ਅਗਲੇ ਸਾਲ ਤੱਕ ਇਹਨੇ ਹੋਰ ਵੀ ਬਿਹਤਰ ਹੋਣਾ। ਇਹਨੇ ਇਉਂ ਜਿਹੜਾ ਉਹ ਬੈਟਰ ਹੋਈ ਜਾਣਾ ਆ। ਸੋ ਇਹ ਤੋਂ ਪਹਿਲਾਂ ਵੀ ਆਪਾਂ ਪਿੱਛੇ ਰਹਿ ਜੀ ਉਸ ਦੌੜ ਚ, ਵੀ ਇਹ ਬਹੁਤ ਅੱਗੇ ਆਪਣੇ ਤੋਂ ਲੰਘ ਜਾਵੇ ਤੇ ਆਪਾਂ ਕੁਝ ਨਵਾਂ ਨਾ ਸਿੱਖ ਸਕੇ ਜਾਂ ਨਵਾਂ ਨਾ ਕਰ ਸਕੇ ਜਾਂ ਇਹਦੇ ਨਾਲ ਸੰਬੰਧਿਤ ਚੀਜ਼ਾਂ ਨੂੰ ਜਿਹੜਾ ਉਹ ਗ੍ਰਹਿਣ ਨਾ ਕਰ ਸਕੇ, ਤਾਂ ਫਿਰ ਆਪਾਂ ਬਹੁਤ ਪਿੱਛੇ ਰਹਿ ਜਾਣਾ, ਫਿਰ ਉਹ ਕੰਮ ਔਖਾ ਹੋ ਜਾਣਾ। ਸੋ ਟੈਕਨੋਲੋਜੀ ਦੇ ਇਸ ਖੇਤਰ ਦੇ ਵਿੱਚ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ, ਮਸ਼ੀਨ ਲਰਨਿੰਗ ਦੇ ਜਿਹੜੇ ਇਹ ਖੇਤਰ ਦੇ ਵਿੱਚ ਆਪਾਂ ਨੂੰ, ਆਪਣੀ ਕਮਿਊਨਿਟੀ ਨੂੰ, ਆਪਣੇ ਭਾਈਚਾਰੇ ਨੂੰ ਵੀ ਓਨੀ ਹੋਈ ਜ਼ਰੂਰਤ ਆ। ਕਿਉਂਕਿ ਜਿਹੜੀ ਗੱਲਾਂ ਆਪਾਂ ਪਿਛਲੇ ਵੀ ਕਰ ਰਹੇ ਸੀ, ਜਾਂ ਇਹ ਹੈਗੀਆਂ ਗਲਤੀਆਂ ਜਾਂ ਗਲਤ ਤਸਵੀਰਾਂ ਜਨਰੇਟ ਕਰਨੀਆਂ ਜਾਂ ਗਲਤ ਹਿਸਟਰੀ ਜਿਹੜੀ ਉਹ ਦੱਸਣੀ, ਉਹ ਸਾਰੀਆਂ ਉਦੋਂ ਹੀ ਠੀਕ ਹੋਣਗੀਆਂ ਜਦੋਂ ਆਪਣੀ ਸੋਚ ਵਾਲੇ ਬੰਦੇ ਉੱਥੇ ਹੋਣਗੇ ਤੇ ਉਹ ਗਲਤੀ ਨੂੰ ਪਛਾਣ ਕੇ ਉਹਨੂੰ ਠੀਕ ਕਰਨ ਦੀ ਸਮਰੱਥਾ ਰੱਖਦੇ ਹੋਣਗੇ। ਨਹੀਂ ਤਾਂ ਐਜ਼ ਏ ਕੰਜ਼ਿਊਮਰ, ਐਜ਼ ਏ ਕਸਟਮਰ,
ਤੁਸੀਂ ਸਿਰਫ ਰੋਈ ਸਕਦੇ ਆ, ਪੇਟੀ ਸਕਦੇ ਆ ਵੀ ਆਹ ਚੀਜ਼ ਹੋ ਗਈ, ਇਦਾਂ ਹੋ ਗਈ, ਇਦਾਂ ਨਹੀਂ ਸੀ ਕਰਨਾ ਚਾਹੀਦਾ, ਇਹ ਹੈ ਉਹ ਹੈ। ਜੇ ਉਸ ਥਾਂ ਦੇ ਉੱਤੇ ਪਾਲਿਸੀ ਮੇਕਿੰਗ ਦੇ ਵਿੱਚ ਜਾਂ ਜਿੱਥੇ ਜਨਰੇਟ ਹੁੰਦੀ ਹੈ, ਜਿੱਥੇ ਰੀਅਲ ਇਸ਼ੂ ਆ, ਜਿੱਥੇ ਪ੍ਰੋਬਲਮ ਆ, ਉਹਦੀ ਜੜ ਤੇ ਨਹੀਂ ਪਹੁੰਚ ਸਕਦੇ ਤਾਂ ਫਿਰ ਦੂਰ ਹੋ ਜਾਣਾ, ਗੱਡੀ ਦੂਰ ਲੰਘ ਜਾਣੀ ਆ। ਫਿਰ ਇੱਕ ਤੁਹਾਨੂੰ ਛੋਟੀ ਜਿਹੀ ਮਿਸਾਲ ਦੇ ਦੇਣਾ, ਤੁਸੀਂ ਮੇਰੇ ਨਾਲੋਂ ਕਿਤੇ ਜ਼ਿਆਦਾ ਮੱਚ ਬੈਟਰ ਤਰੀਕੇ ਨਾਲ ਇਨਵੈਸਟੀਗੇਟ ਕਰ ਲਓਗੇ। ਜਿਹੜੀ ਆਪਾਂ ਖਬਰ ਸਾਂਝੀ ਕਰ ਰਹੇ ਹਾਂ ਲਗਾਤਾਰ, ਸਪੈਨਿਸ਼ ਮੂਲ ਦੇ ਜੋੜੇ ਵਾਲੀ, ਉਹ ਵੀਡੀਓਜ਼ ਹਟਾ ਦਿੱਤੀਆਂ ਗਈਆਂ ਸਾਰੇ ਮੰਚਾਂ ਤੋਂ। ਕਹਿੰਦੇ ਕਿ AI ਦੀ ਮਦਦ ਦੇ ਨਾਲ ਕੁਝ ਘੰਟਿਆਂ 'ਚ ਉਹ ਸਾਰੇ ਕਿਤੇ ਭਾਲ ਲਈਆਂ ਗਈਆਂ ਕਿੱਥੇ ਆ, ਤੇ ਉਹਦੇ ਲਿੰਕ ਚੱਕ ਦਿੱਤੇ ਗਏ। ਸੋ ਇਸ ਤਰ੍ਹਾਂ ਸਟੇਟ ਜਿਹੜੀ ਚੀਜ਼ ਆ ਉਹ ਇਹਨਾਂ ਸੰਦਾਂ ਰਾਹੀਂ ਹੋਰ ਹਾਵੀ ਹੋ ਗਈ, ਹੋਰ ਤਾਕਤਵਰ ਹੋ ਗਈ। ਇੰਟਰਨੈਟ ਸਕ੍ਰਬਿੰਗ ਕਹਿੰਦੇ ਆ। ਹਾਂਜੀ, ਇੰਟਰਨੈਟ ਸਕ੍ਰਬਿੰਗ ਕਰਦੇ ਆ। ਸੋ ਉਹਦੇ ਵਿੱਚ ਜਿਹੜੀ ਚੀਜ਼ ਤੁਹਾਡੇ ਉਲਟ ਚੱਲ ਰਹੀ ਆ, ਉਹਨੂੰ ਇਧਰ ਰੋਕ ਦਿਓ। ਸਰਕਾਰਾਂ ਕਿੱਦਾਂ ਵਰਤਣਗੀਆਂ ਤੁਸੀਂ ਹਿਸਾਬ, ਇੰਨਾ ਕੰਟਰੋਲ ਆ, ਇੰਨਾ ਅਥਾਰਟੇਰੀਅਨ ਜਿਹੜੇ ਮੁਲਕ ਹੋਣਗੇ, ਜਿਹਦੇ ਮੋਦੀ ਵਰਗੇ ਸ਼ਾਸਕ ਹੋਣਗੇ, ਪੁਤਿਨ ਵਰਗੇ ਹੋਣਗੇ, ਜਾਂ ਕਿਮ ਜੋਂਗ ਉਨ ਵਰਗੇ, ਸ਼ੀ ਜਿਨਪਿੰਗ ਵਰਗੇ ਹੋਣਗੇ, ਉਹ ਕਿਤੇ ਚੱਲਣ ਥੋੜੀ ਦੇਣਗੇ ਦੂਜੀਆਂ ਚੀਜ਼ਾਂ ਨੂੰ। ਇਹ ਵੀ ਦੇਖੋ ਨਾ ਫਰਕ, ਕਿ ਜਿਵੇਂ ਆਪਾਂ ਘੰਟਿਆਂ ਤੋਂ ਮਿੰਟਾਂ ਵਾਲਾ ਸਟੱਡੀ ਦੇ ਵਿੱਚ ਮੈਂ ਗੱਲ ਕੀਤੀ ਸੀ, ਲੋਕਾਂ ਨੂੰ ਘੰਟੇ ਲੱਗ ਗਏ ਉਸ ਗੱਲ ਤੇ ਡਿਸਕਸ਼ਨ ਤੋਰਦੇ ਆ, ਪਰ ਕੁਝ ਮਿੰਟਾਂ 'ਚ ਉਹਨਾਂ ਨੇ ਉਹ ਲਿਮਟਿਡ ਕੰਟਰੋਲ ਕਰ ਲਿਆ। ਇੰਨਾ ਕੰਟਰੋਲ ਇੰਨਾ AI ਦੇ ਨਾਲ ਤੁਸੀਂ ਜਿਹੜਾ ਉਹ ਕਰ ਸਕਦੇ ਆ। ਇਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ। ਇਸੇ ਲਈ ਆਪਾਂ ਕਦੇ ਆਪਾਂ ਹਮੇਸ਼ਾ ਇਹ ਵੀ ਕਹਿੰਦੇ ਹੁੰਦੇ ਆ, ਇੰਟਰਨੈਟ ਦੇ ਉੱਤੇ ਆਪਣੀ ਪ੍ਰੈਜ਼ੈਂਸ ਟੂ ਮੱਚ ਨਹੀਂ ਹੋਣੀ ਚਾਹੀਦੀ। ਇਹਨੂੰ ਕੰਟਰੋਲ ਰੱਖੋ ਥੋੜਾ, ਜਿਹੜਾ ਇਸ ਚੀਜ਼ ਦੇ ਵਿੱਚ ਰਵੇ ਤਾਂ ਤੁਹਾਡੇ ਲਈ ਜਿਹੜੀ ਉਹ ਪਰਸਨਲ ਤੇ ਸੋਸ਼ਲ ਲਾਈਫ ਦਾ ਇੱਕ ਜਿਹੜਾ ਗੈਪ ਆ ਉਹ ਇਹਦੇ ਤੇ, ਸੋਸ਼ਲ ਮੀਡੀਆ ਲਾਈਫ ਦਾ ਕਹਿ ਦਿੰਦੇ ਆਪਾਂ, ਸੋਸ਼ਲ ਲਾਈਫ ਤਾਂ ਚਲੋ ਹੋਰ ਸ਼ਬਦ ਹੋ ਜਾਊਗਾ, ਸੋਸ਼ਲ ਮੀਡੀਆ ਲਾਈਫ ਦਾ ਜਿਹੜਾ ਉਹ ਇੱਕ ਗੈਪ ਜ਼ਰੂਰੀ ਹੈ। ਜੀ ਸਮਾਂ ਸਮਾਪਤ ਹੈ। ਪ੍ਰਵੀਨ ਜੀ ਧੰਨਵਾਦ, ਮਿਹਰਬਾਨੀ, ਤੁਸੀਂ ਅੱਜ ਪ੍ਰੋਗਰਾਮ 'ਚ ਨਾਲ ਜੁੜੇ ਤੇ ਪੰਜਾਬੀ ਟੈਕ ਟਾਕ ਦੇ ਵਿੱਚ ਆਪਾਂ ਗੱਲਾਂ ਬਾਤਾਂ ਕੀਤੀਆਂ। ਬਾਕੀ ਹਰਵਿੰਦਰ ਸਿੰਘ ਕੰਗ ਹੋਣਾ ਦੇ ਨਾਲ ਵੱਖ-ਵੱਖ ਅਗਲੇ ਹਫਤੇ ਫਿਰ ਹੋਪਫੁਲੀ ਜਿਹੜਾ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਕੀ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਹੈ, ਉਹ ਆਪਾਂ ਤੁਹਾਨੂੰ ਜਿਹੜਾ ਉਹ ਦੱਸਦੇ ਰਹਾਂਗੇ। ਹੁਣ ਲੈਣੇ ਇਜਾਜ਼ਤ, ਸਾਡੇ ਉਦੋਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।